ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਰਬ ਕਲਾ ਸਮਰੱਥ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਸੁਭਾਏਮਾਨ ਸਨਮਾਨਯੋਗ ਸਾਧ ਸੰਗਤ ਜੀ, ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਵਚਨਾਂ ਵਿੱਚ ਸੁਖਮਣੀ ਸਾਹਿਬ ਬਾਣੀ ਦੀ 24 ਨੰਬਰ ਅਸ਼ਟਪਦੀ ਔਰ ਸ਼ਲੋਕ 4 ਅੰਕ ਅੱਜ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰਾਂ ਨੇ ਇਸ ਬਾਣੀ ਵਿੱਚ 24 ਅਸ਼ਟਪਦੀਆਂ ਉਚਾਰੀਆਂ। ਅੱਜ ਜਿਵੇਂ ਕਿ ਅਖੀਰਲੇ ਸ਼ਲੋਕ ਦੇ ਹਿਸਾਬ ਨਾਲ ਪੂਰੇ ਦੀ ਗੱਲ ਕਰਦੇ, ਕਹਿੰਦੇ ਰੱਬ ਸਦਾ ਪੂਰਾ ਹੈ ਅਤੇ ਉਹਦਾ ਨਾਮ ਵੀ ਪੂਰਾ ਹੈ। ਜਿਨ੍ਹਾਂ ਨੇ ਉਸ ਪੂਰੇ ਦੇ ਨਾਮ ਨੂੰ ਅਰਾਧਿਆ ਹੈ, ਪੂਰੇ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ ਗੁਣ ਗਾ ਕੇ। ਜਿਹੜਾ ਆਪ ਪੂਰਾ ਹੈ, ਸਤਿਗੁਰੂ ਨੇ ਇਹ ਕਿਉਂ ਸ਼ਬਦ ਵਰਤਿਆ, ਪੂਰਾ ਕਿਉਂ ਕਿਹਾ? ਕਿਉਂਕਿ ਕਈ ਵਾਰੀ ਭੁਲੇਖਾ ਪੈਂਦਾ ਹੈ ਕਿ ਗੁਰੂ ਜਿਹੜਾ ਉਹ ਧਾਰਮਿਕ ਖੇਤਰ ਵਿੱਚ ਤੇ ਪੂਰਾ ਹੈ। ਜਿਹੜਾ ਗੁਰੂ ਨਾਲ, ਜਿਹੜਾ ਰੱਬ ਨਾਲ ਸਾਂਝ ਪਾਉਂਦਾ, ਉਹ ਸੰਸਾਰ ਵੱਲੋਂ ਨੀਵਾਂ ਰਹਿ ਜਾਂਦਾ, ਸੰਸਾਰ ਵੱਲੋਂ ਉਨਤਾਈ। ਇਹ ਆਮ ਤੌਰ ਤੇ ਸਾਰੇ ਜਗਤ ਦੀ ਇੱਕ ਧਾਰਨਾ ਹੈ, ਫਿਕਸ ਕੀਤਾ ਹੋਇਆ ਇੱਕ ਖਿਆਲ ਹੈ ਕਿ ਜਿਹੜਾ ਮਨੁੱਖ ਗੁਰਦੁਆਰੇ, ਮੰਦਰ, ਮਸਜਿਦ, ਧਰਮ ਦੀ ਰਾਹ ਤੇ ਤੁਰਿਆ ਉਹ ਰੱਬ ਨੂੰ ਤੇ ਮਿਲ ਪਏਗਾ, ਪਰ ਸੰਸਾਰ ਵੱਲੋਂ ਗਿਆ ਗੁਜ਼ਰਿਆ, ਖਤਮ ਹੋ ਗਿਆ। ਇਸੇ ਕਰਕੇ ਇੱਕ ਖਿਆਲ ਆਦਿ ਕਾਲ ਤੋਂ ਚੱਲਦਾ ਆਇਆ। ਕੁਝ ਧਰਮ ਵੀ ਐਸੇ ਨੇ, ਕੁਝ ਲੋਕ ਐਸੇ ਨੇ ਜਿਹੜੇ ਜਵਾਨੀ ਵਿੱਚ ਬੰਦੇ ਨੂੰ ਗੁਰਮੰਤਰ ਨਹੀਂ ਦਿੰਦੇ। ਕਹਿੰਦੇ ਜਦੋਂ ਅੱਧ ਤੋਂ ਲੰਘੇਗਾ ਫਿਰ ਕਿਉਂ? ਕਹਿੰਦੇ ਫਿਰ ਸੰਸਾਰੀ ਕਿਵੇਂ ਹੋਏਗਾ ਜੇ ਇਹਨੇ ਨਾਮ ਜਪ ਲਿਆ ਤਾਂ। ਇਹਦਾ ਮਤਲਬ ਇਹ ਸੀ ਕਿ ਧਰਮੀ ਉਹ ਜਿਹੜਾ ਸੰਸਾਰੀ ਨਹੀਂ, ਤੇ ਸੰਸਾਰੀ ਉਹ ਜਿਹੜਾ ਧਰਮੀ ਨਹੀਂ। ਸਤਿਗੁਰੂ ਨੇ ਇਸ ਵਿਚਾਰ ਨੂੰ ਤੋੜਿਆ। ਕਹਿਣ ਲੱਗੇ ਧਰਮੀ ਅਸਲ ਵਿੱਚ ਹੈ ਹੀ ਉਹ ਜਿਹੜਾ ਸੰਸਾਰ ਵਿੱਚ ਰਹਿ ਕੇ ਧਰਮੀ ਰਹੇ। ਧਰਮੀ ਹੈ ਹੀ ਉਹ, ਪਤਾ ਉਹਦਾ ਲੱਗਦਾ ਵੀ ਧਰਮ ਇਹਦੇ ਵਿੱਚ ਹੈ ਕਿ ਨਹੀਂ। ਕਿਸੇ ਜਹਾਜ਼ ਦਾ ਪਤਾ ਤਾਂ ਹੀ ਲੱਗਦਾ ਹੈ ਕਿ ਪੂਰੀ ਤਰ੍ਹਾਂ ਠੀਕ ਹੈ ਜਦੋਂ ਆਕਾਸ਼ ਵਿੱਚ ਉੱਡੇ। ਜੇ ਕਿਸੇ ਖੁੰਝੇ ਵਿੱਚ ਖੜਾ ਕੀਤਾ ਤੇ ਉਹ ਜਹਾਜ਼ ਦੀ ਤਸਵੀਰ ਹੋ ਸਕਦੀ, ਉਹ ਅਸਲ ਵਿੱਚ ਨਹੀਂ। ਇਹ ਜਹਾਜ਼ ਬਿਲਕੁਲ ਸਹੀ ਸਲਾਮਤ ਤੇ ਪੂਰੀਆਂ ਇਹਦੇ ਵਿੱਚ ਚੀਜ਼ਾਂ ਨੇ ਜਿਹੜੀਆਂ ਭਰੀਆਂ ਹੋਈਆਂ ਨੇ। ਇਹ ਨਿਸ਼ਾਨੀ ਹੈ ਆਕਾਸ਼ ਵਿੱਚ ਉੱਡਦਾ ਪਿਆ। ਜਿਹੜਾ ਆਕਾਸ਼ ਵਿੱਚ ਨਾ ਉੱਡੇ, ਜ਼ਮੀਨ ਤੇ ਖੜਾ ਜਹਾਜ਼ ਭਾਵੇਂ ਪੂਰਾ ਦਿਸੇ, ਕੀ ਪਤਾ ਉਹਦੇ ਵਿੱਚ ਕੁਝ ਹੈ ਵੀ ਕਿ ਨਹੀਂ ਚੱਲਣ ਵਾਲਾ। ਇਸੇ ਤਰ੍ਹਾਂ ਸੰਸਾਰ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਜਦੋਂ ਉਹਨਾਂ ਨੂੰ ਉਸ ਖੇਤਰ ਵਿੱਚ ਚਲਾਇਆ ਜਾਂਦਾ ਉਦੋਂ ਪਤਾ ਲੱਗਦਾ ਇਹਨਾਂ ਦੇ ਪੱਲੇ ਕੁਝ ਹੈ ਕਿ ਨਹੀਂ। ਇਸੇ ਤਰ੍ਹਾਂ ਧਰਮ ਕਿਸੇ ਮਨੁੱਖ ਦੇ ਮਨ ਵਿੱਚ ਹੈ ਕਿ ਨਹੀਂ, ਇਹਦਾ ਪਤਾ ਉਦੋਂ ਲੱਗੇਗਾ ਜਦੋਂ ਸੰਸਾਰ ਵਿੱਚ ਵਿਚਰੇਗਾ, ਤਾਂ ਉਹਦੀ ਸਮਝ ਆਏਗੀ। ਜੋ ਇੱਕ ਸਾਈਡ ਤੇ ਖੜਾ ਤੇ ਸਮਝ ਨਹੀਂ ਆਉਂਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਸਮੇਤ ਇੱਕ ਅਸਥਾਨ ਤੇ ਬੈਠੇ ਨੇ। ਉਸ ਥਾਂ ਤੇ ਇੱਕ ਸੰਨਿਆਸੀ ਸੀ ਤੇ ਸਤਿਗੁਰਾਂ ਨੇ ਕਿਹਾ, ਭਾਈ ਮਰਦਾਨਾ, ਜਿਹੜਾ ਕਿ ਪਾਤਰ ਸੀ ਵਿੱਚ ਕਿਸੇ ਨਾਲ ਸੰਬੰਧ ਜੋੜਨ ਵਾਸਤੇ, ਜਾਓ ਇੱਥੋਂ ਥੋੜੀ ਦੂਰ ਤੇ ਇੱਕ ਸੰਨਿਆਸੀ ਰਹਿੰਦਾ ਹੈ। ਉਹਦੀ ਕੁਟੀਆ ਹੈ, ਉਹਨੇ ਚਿਮਟਾ ਰੱਖਿਆ ਹੈ, ਵਿਭੂਤ ਮਲਦਾ ਹੈ, ਧੂਣੀ ਲਾਉਂਦਾ ਹੈ। ਜਾ ਤੂੰ ਉਹਦੇ ਕੋਲੋਂ ਅੱਗ ਮੰਗ ਕੇ ਲਿਆ, ਰਾਤ ਬਾਲਾਂਗੇ ਸੌਖੀ ਲੰਘ ਜਾਏਗੀ।
ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਸੰਸਾਰ ਨਾਲ ਸੰਪਰਕ ਕਰਨ ਵਾਸਤੇ ਇੱਕ ਸਾਧਨ ਸਨ। ਉਹ ਚਲੇ ਗਏ, ਉਹਨਾਂ ਨੇ ਅੱਗ ਮੰਗੀ। ਸਾਧ ਸੰਗਤ ਜਦੋਂ ਨੇੜੇ ਗਏ ਤੇ ਕੁਦਰਤੀ ਤੌਰ ਤੇ ਭਾਈ ਸਾਹਿਬ ਗਏ ਉਦੋਂ ਜਿਸ ਵੇਲੇ ਸੰਨਿਆਸੀ ਜੀ ਆਪਣੇ ਰੋਟੀ ਪਾਣੀ ਦਾ ਪ੍ਰਬੰਧ ਕਰ ਰਹੇ ਸਨ, ਕਿਉਂਕਿ ਗ੍ਰਸਤੀ ਨਹੀਂ ਸਨ, ਆਪ ਹੀ ਪਕਾਉਂਦੇ ਸਨ ਅੱਠੀ ਪਹਿਰੀ। ਸੰਨਿਆਸੀ ਜੀ ਉਪਰਾਲਾ ਕਰ ਰਹੇ ਸਨ, ਉਹਨਾਂ ਨੇ ਪੋਚਾ ਫੇਰਿਆ ਸੀ, ਉਹਨਾਂ ਨੇ ਚੁੱਲ੍ਹਾ ਧੋਤਾ ਸੀ, ਉਹਨਾਂ ਨੇ ਲੱਕੜਾਂ ਧੋਤੀਆਂ ਸਨ, ਤਿਆਰੀ ਕੀਤੀ ਪ੍ਰਸ਼ਾਦਾ ਪਕਾਈਏ। ਤੇ ਉਸ ਚੁੱਲ੍ਹੇ ਦੇ ਦੂਰ ਦੂਰ ਤੱਕ 10-10 ਫੁੱਟ ਤੱਕ ਭਾਈ ਸਾਹਿਬ ਭਾਈ ਮਰਦਾਨਾ ਜੀ ਜਦੋਂ ਗਏ ਤੇ ਪੰਡਤ ਜੀ ਨੇ ਇੱਕ ਲੀਕ ਖਿੱਚੀ ਸੀ, ਚੌਹਾਂ ਪਾਸੇ ਲਕੀਰ ਬਣਾਈ ਸੀ। ਉਸ ਲਕੀਰ ਦਾ ਮਤਲਬ ਇਹ ਸੀ ਕਿ ਇਸ ਲਕੀਰ ਦੇ ਅੰਦਰ ਕੋਈ ਬੰਦਾ ਨਾ ਆਵੇ। ਜਿਹੜੇ ਉੱਥੇ ਨੇੜੇ ਤੇੜੇ ਰਹਿੰਦੇ ਵੀ ਸਨ, ਉਹਨਾਂ ਨੂੰ ਸਿਖਾਇਆ ਗਿਆ ਸੀ ਕਿ ਇੱਥੇ ਹੁਣ ਚੌਂਕੇ ਵਿੱਚ ਕਿਸੇ ਨੇ ਜਾਣਾ। ਤਾਂ ਹੀ ਇਹ ਸ਼ਬਦ ਵਰਤਿਆ ਆਸਾ ਦੀ ਵਾਰ ਵਿੱਚ ਕਿ ਇੱਕ ਪਾਸੇ ਤਾਂ ਕਹਿੰਦੇ ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਤੇ ਬਾਹਰ ਆ ਕੇ ਲੋਕਾਂ ਵਿੱਚ ਕਹਿੰਦੇ ਨੇ ਚੌਂਕੇ ਉੱਪਰ ਕਿਸੇ ਨਾ ਜਾਣਾ। ਇਹ ਪੰਡਤ ਦੀ ਇੱਕ ਸੰਨਿਆਸੀ ਦੀ ਮਰਿਆਦਾ ਸੀ। ਗੁਰੂ ਸਾਹਿਬ ਕਹਿੰਦੇ ਲੋੜ ਪੈਣ ਤੇ ਇਹ ਸਰਕਾਰ ਨੂੰ ਖੁਸ਼ ਕਰਨ ਵਾਸਤੇ, ਕਿਉਂਕਿ ਤੁਰਕਾਂ ਦੀ ਸਰਕਾਰ ਸੀ ਉਦੋਂ, ਉਹਨਾਂ ਨੂੰ ਖੁਸ਼ ਕਰਨ ਲਈ ਅਭਾਖਿਆ ਦਾ ਮਤਲਬ ਬਿਨਾਂ ਬੋਲਣ ਤੋਂ, ਬਿਨਾਂ ਕੁਝ ਪੜ੍ਹਨ ਤੋਂ ਬਣਾਇਆ ਹੋਇਆ ਬੱਕਰਾ। ਭਾਖਿਆ ਦਾ ਅਰਥ ਹੁੰਦਾ ਬੋਲੀ। ਜਦੋਂ ਉਹਦੇ ਅੱਗੇ ਐੜਾ ਲੱਗ ਜਾ ਉਹਨੂੰ ਕਹਿੰਦੇ ਅਭਾਖਿਆ। ਅਭਾਖਿਆ ਦਾ ਮਤਲਬ ਹੈ ਦੂਜੇ ਦੀ ਬੋਲੀ, ਕਿਉਂਕਿ ਜਦੋਂ ਇਸਲਾਮ ਵਾਲੇ ਬੱਕਰਾ ਵੱਢਦੇ ਨੇ ਉਹ ਆਪਣੀ ਭਾਸ਼ਾ ਵਿੱਚ ਕੁਝ ਪੜ੍ਹਦੇ। ਕਹਿੰਦੇ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ। ਇਹ ਕਹਿੰਦੇ ਸਰਕਾਰ ਦੀ ਹਰ ਇੱਕ ਚੀਜ਼ ਨੂੰ ਵਰਤ ਲੈਂਦੇ ਨੇ। ਤੇ ਬਾਅਦ ਵਿੱਚ ਲੋਕਾਂ ਵਿੱਚ ਆ ਕੇ ਕਹਿੰਦੇ ਚੌਂਕੇ ਉੱਪਰ ਕਿਸੇ ਨਾ ਜਾਣਾ, ਸਾਡੇ ਚੌਂਕੇ ਵਿੱਚ ਕੋਈ ਨਾ ਵੜਿਆ ਜੇ ਅਸੀਂ ਪਵਿੱਤਰ ਬੜੇ। ਦੇ ਕਹਿ ਚੌਂਕਾ, ਉੱਥੇ ਪੋਚਾ ਫੇਰ ਕੇ ਕੱਢੀ ਕਾਰ ਦੇ ਅਰਥ ਨੇ ਲਕੀਰ। ਦੇ ਕਹਿ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਤੇ ਸਾਰੇ ਝੂਠੇ ਉੱਥੇ ਆ ਕੇ ਬੈਠ ਗਏ। ਤੇ ਫਿਰ ਦੂਜਿਆਂ ਨੂੰ ਕਹਿੰਦੇ ਮਤ ਭਿਟੈ ਵੇ ਮਤ ਭਿਟੈ, ਤੁਸੀਂ ਅੰਦਰ ਨਾ ਆਇਆ ਜੇ ਲੀਕ ਦੇ, ਕਿਉਂਕਿ ਇਹ ਅੰਨ ਸਾਡਾ ਭਿਟਾ ਹੈ। ਜੇ ਤੁਸੀਂ ਲੀਕ ਦੇ ਅੰਦਰ ਲੰਘ ਗਏ ਸਾਡੀ ਰੋਟੀ ਖਰਾਬ ਹੋ ਜਾਣੀ। ਹਜ਼ੂਰ ਕਹਿੰਦੇ ਨੇ ਅੱਗੇ ਬਚਨ ਕੀਤੇ, ਕਹਿਣ ਲੱਗੇ ਮਤ ਭਿਟੈ ਵੇ ਮਤ ਭਿਟੈ, ਇਹ ਅੰਨ ਸਾਡਾ ਫਿਟੈ, ਤਨ ਫਿਟੈ ਫੇੜ ਕਰੇਨ, ਮਨ ਝੂਠੈ ਚੁੜੀ ਭਰੇਨ, ਕਹੋ ਨਾਨਕ ਸੱਚ ਧਿਆਈਐ। ਸੱਚ ਨੂੰ ਧਿਆਉਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੱਚ ਦੇ ਅਰਥ ਨੇ ਨਾਮ। ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਐ। ਸੁੱਚ ਤਾਂ ਹੁੰਦੀ ਹੈ ਜੇ ਬੰਦੇ ਵਿੱਚ ਸਚਾਈ ਆ ਜਾਵੇ। ਹੁਣ ਇਹ ਇੱਕ ਪੱਖੀ ਸ਼ਬਦ ਹੈ। ਕਈ ਸੱਜਣ ਸਾਡੇ ਵਿੱਚ ਮਿਲਦੇ ਨੇ, ਕਹਿੰਦੇ ਅਸੀਂ ਹੱਥ ਨਹੀਂ ਧੋਣੇ ਰੋਟੀ ਖਾਣ ਲੱਗਿਆ। ਕਿਉਂ? ਕਹਿੰਦੇ ਮਨ ਵਿੱਚ ਸਚਾਈ ਹੋਣੀ ਚਾਹੀਦੀ ਹੈ, ਆਪੇ ਹੀ ਸੱਚਾ ਹੋ ਜਾਂਦਾ ਸਾਰਾ। ਇਹ ਨਹੀਂ ਕਿਹਾ ਗੁਰੂ ਸਾਹਿਬ ਨੇ। ਇਹਨੂੰ ਕਹਿੰਦੇ ਨੇ ਇੱਕ ਪੱਖੀ ਵਿਚਾਰ। ਜਿਹੜੇ ਪੱਖ ਨਾਲ ਅਸੀਂ ਜੁੜੇ ਹੋਏ ਆ ਨਾ, ਉਹਦੇ ਨਾਲ ਜੁੜੇ ਰਹਿਣਾ। ਗੁਰੂ ਸਾਹਿਬ ਨੇ ਇੱਥੇ ਨਹੀਂ ਕਿਹਾ ਵੀ ਤੁਸੀਂ ਸਫਾਈ ਨਾ ਰੱਖੋ, ਹੱਥ ਨਾ ਧੋਵੋ। ਸਤਿਗੁਰੂ ਨੇ ਤੇ ਉਹਨਾਂ ਨੂੰ ਕਿਹਾ ਇਹਨਾਂ ਦੇ ਸਿਰ ਵਿੱਚ ਸਵਾਹ ਪਈ ਏ ਜਿਹੜੇ ਨਹਾਉਂਦੇ ਨਹੀਂ। ਬਾਣੀ ਵਿੱਚ ਸ਼ਬਦ ਆਉਂਦਾ। ਅਸੀਂ ਇੱਕ ਪੱਖ ਨਾਲ ਜੁੜ ਜਾਂਦੇ ਆ। ਜੇ ਤੇ ਅਸੀਂ ਸਾਧ ਸੰਗਤ ਜੀ ਇਸ਼ਨਾਨ ਵਾਲੇ ਪਾਸੇ ਤੁਰਨੇ ਆ ਤੇ ਫਿਰ ਅਸੀਂ ਉਹਨੂੰ ਹੀ ਮੰਨ ਲੈਨੇ ਆ ਸਾਰਾ ਕੁਝ। ਤੇ ਜੇ ਸਾਡੀ ਇਹ ਵਿਚਾਰਧਾਰਾ ਬਣਦੀ ਹੈ ਵੀ ਪਾਣੀ ਨਾਲ ਧੋਣਾ ਪਖੰਡ ਹੈ ਸਰੀਰ ਨੂੰ, ਫਿਰ ਅਸੀਂ ਉਹਦੇ ਨਾਲ ਜੁੜ ਕੇ ਦੂਜੇ ਦੀ ਵਿਰੋਧਤਾ ਕਰਨ ਲਈ ਕਹਿੰਦੇ ਅਸੀਂ ਹੱਥ ਨਹੀਂ ਧੋਂਦੇ। ਇਹ ਕਹਿੰਦੇ ਮਨ ਮਤੇ, ਕਹਿੰਦੇ ਬ੍ਰਾਹਮਣਵਾਦ। ਮੈਨੂੰ ਇੱਕ ਵਿਦੇਸ਼ ਵਿੱਚ ਸਿੰਘ ਮਿਲੇ, ਜਾਂ ਸਿੰਘ ਤਾਂ ਨਹੀਂ ਕਹਿ ਸਕਦਾ, ਮੈਂ ਉਸ ਥਾਂ ਤੇ ਪ੍ਰਸ਼ਾਦਾ ਛਕ ਰਿਹਾ ਸੀ ਤੇ ਮੈਂ ਵਰਤਾਵੇ ਸਿੰਘ ਨੂੰ ਕਿਹਾ ਵੀ ਤੂੰ ਹੱਥ ਧੋ ਕੇ ਮੈਨੂੰ ਇੱਕ ਪ੍ਰਸ਼ਾਦਾ ਦੇ। ਕਹਿਣ ਲੱਗਾ ਜੀ ਮੈਂ ਨਹੀਂ ਇਸ ਤਰ੍ਹਾਂ ਖਾਂਦਾ। ਕਹਿੰਦੇ ਇਹ ਤੇ ਬ੍ਰਾਹਮਣਵਾਦ ਹੈ। ਤੇ ਮੈਂ ਕਿਹਾ ਵੀ ਸਿੱਖੀ ਕਿਹੜੀ? ਸਿੱਖੀ ਦਾ ਮਤਲਬ ਇਹ ਬਾਹਰੋਂ ਇੱਕ ਮੁੱਠ ਮਿੱਟੀ ਦੀ ਫੜ ਕੇ ਆਦਮੀ ਆਪਣੇ ਮੂੰਹ ਤੇ ਮਲੇ ਫਿਰ ਸਿੱਖ ਹੁੰਦਾ। ਅਸੀਂ ਇਹਦਾ ਅਰਥ ਗਲਤ ਕੱਢ ਲੈਂਦੇ ਹਾਂ। ਗੁਰੂ ਸਾਹਿਬ ਨੇ ਜਿੱਥੇ ਕਿਹਾ ਹੈ ਨਾ ਕਿ ਸੱਚ ਹੋਵੇ ਤਾਂ ਸੁੱਚ ਪਾਈਐ,
ਸੱਚਾ ਨਾਮ ਅੰਦਰ ਹੋਵੇ ਤੇ ਫਿਰ ਸੁੱਚ ਪਾਈ ਦੀ। ਇਹਦਾ ਮਤਲਬ ਇਹ ਨਹੀਂ ਵੀ ਸਰੀਰ ਦੀ ਸਫਾਈ ਨਾ ਰੱਖੋ। ਸਤਿਗੁਰੂ ਨੇ ਇੱਕ ਪੂਰਾ ਸ਼ਬਦ ਉਹਨਾਂ ਜੰਗਮ ਜੋਗੀਆਂ ਵਾਸਤੇ, ਜਿਹੜੇ ਜੈਨੀ ਨੇ ਉਹਨਾਂ ਵਾਸਤੇ ਉਚਾਰਿਆ। ਬਾਣੀ ਪੜ੍ਹ ਕੇ ਵੇਖ, ਜਿਹੜੇ ਨਹਾਉਂਦੇ ਨਹੀਂ ਉਹਨਾਂ ਨੂੰ ਸਿਰ ਖੁੱਥੇ ਕਿਹਾ। ਨਾਨਕ ਭਸ ਪਈ ਸਿਰ ਖੁੱਥੇ, ਜੇ ਉਹ ਨਹਾਉਂਦੇ ਨਹੀਂ, ਇਸ਼ਨਾਨ ਨਹੀਂ ਕਰਦੇ। ਖੈਰ, ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਇੱਥੇ ਗੁਰੂ ਸਾਹਿਬ ਕਹਿੰਦੇ ਬੰਦੇ ਦੇ ਅੰਦਰ ਸਚਾਈ ਹੋਵੇ ਤੇ ਤਾਂ ਉਹਦੀ ਸੁੱਚ ਪ੍ਰਵਾਨ ਹੈ, ਨਹੀਂ ਤੇ ਸੁੱਚ ਪ੍ਰਵਾਨ ਨਹੀਂ ਹੈ। ਸੁੱਚ ਹੋਵੇ ਤਾਂ ਸੱਚ ਪਾਈਐ। ਤਾਂ ਬੇਨਤੀ ਸਾਂਝੀ ਕਰ ਰਿਹਾ ਸਾਂ, ਜਦੋਂ ਭਾਈ ਮਰਦਾਨਾ ਜੀ ਸੰਨਿਆਸੀ ਜੀ ਕੋਲ ਗਏ। ਹੁਣ ਮਰਦਾਨਾ ਜੀ ਨੂੰ ਕਿਹੜਾ ਪਤਾ ਸੀ ਵਿਚਾਰੇ ਨੂੰ ਵੀ ਇਹਦੀ ਲੀਕ ਦੇ ਅੰਦਰ ਬੜਾ ਵੱਡਾ ਖਤਰਾ ਹੈ, ਜਿਹੜਾ ਇਹਦੇ ਅੰਦਰ ਤੁਰ ਗਿਆ ਇੱਥੇ ਬੰਬ ਦੱਬਿਆ ਹੋਇਆ ਚੱਲ ਪੈਣਾ, ਕੀ ਪਤਾ ਸੀ। ਭਾਈ ਮਰਦਾਨਾ ਜੀ ਵਿਚਾਰੇ ਅੱਗ ਲੱਭਣ ਜਾਂਦੇ ਜਾਂਦੇ ਵੇਖਿਆ ਨਾ, ਥੱਕੇ ਸਨ, ਗੁਰੂ ਦਾ ਹੁਕਮ ਸੀ ਅੱਗ ਲਿਆ। ਉਹਦੀ ਲੀਕ ਟੱਪ ਗਏ ਤੇ ਸੰਨਿਆਸੀ ਨੇ ਜਦੋਂ ਪਰਤ ਕੇ ਵੇਖਿਆ ਮੇਰੀ ਤੇ ਲੀਕ ਟੱਪੀ ਗਈ। ਹੁਣ ਕ੍ਰੋਧ ਆ ਗਿਆ ਬਹੁਤ ਜ਼ਿਆਦਾ। ਗੁੱਸੇ ਵਿੱਚ ਆ ਕੇ ਜਿਹੜੀ ਚੁੱਲ੍ਹ ਵਿੱਚ ਅੱਗ ਬਾਲੀ ਸੀ ਨਾ, ਇੱਕ ਲੱਕੜ ਖਿੱਚ ਲਈ। ਉਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਚੋ। ਜਿਹੜੀ ਲੱਕੜ ਅੱਗੋਂ ਮੂੰਹ ਉਹਦਾ ਬਲਦਾ ਹੋਵੇ ਉਹਨੂੰ ਚੋ ਕਹਿੰਦੇ। ਚੋ ਫੜ ਕੇ ਲਾਲ ਅੱਖਾਂ ਕਰਕੇ ਭਾਈ ਸਾਹਿਬ ਦੇ ਪਿੱਛੇ ਭੱਜਿਆ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਵੱਲ ਦੌੜ ਪਏ। ਭਾਈ ਮਰਦਾਨਾ ਅੱਗੇ ਅੱਗੇ ਤੇ ਸੰਨਿਆਸੀ ਜੀ ਪਿੱਛੇ ਪਿੱਛੇ ਲੈਣ ਗਏ ਸਨ ਅੱਗ ਆਪ, ਤੇ ਬ੍ਰਾਹਮਣ ਆਪ ਲੈ ਕੇ ਆਉਣ ਲੱਗ ਪਿਆ ਪਿੱਛੇ ਪਿੱਛੇ। ਜਦੋਂ ਤੁਰੇ ਗੁਰੂ ਸਾਹਿਬ ਬੈਠੇ ਨੇ ਤੇ ਵੇਖਦੇ ਨੇ ਵੀ ਕੀ ਹੋ ਰਿਹਾ ਹੈ। ਭਾਈ ਮਰਦਾਨਾ ਜੀ ਵਿਚਾਰੇ ਸੌ ਸਾਈ ਭੱਜੇ ਆਉਂਦੇ ਨੇ ਤੇ ਪਿੱਛੇ ਉਹ ਸੱਜਣ ਲੈ ਕੇ ਲੱਕੜ ਬਲਦੀ ਹੋਈ ਆ ਰਿਹਾ ਹੈ। ਤੇ ਭਾਈ ਮਰਦਾਨਾ ਜੀ ਦੌੜਦੇ ਦੌੜਦੇ ਗੁਰੂ ਨਾਨਕ ਸਾਹਿਬ ਦੇ ਪਿੱਛੇ ਜਾ ਕੇ ਖੜੇ ਹੋ ਗਏ ਤੇ ਸਤਿਗੁਰਾਂ ਨੇ ਉੱਚੀ ਹੱਥ ਕੀਤਾ। ਉਸ ਹੱਥ ਵਿੱਚ ਬਰਕਤਾਂ ਦੇ ਭੰਡਾਰ ਸਨ ਤੇ ਉਹ ਜਿਹੜਾ ਚੋਹ ਵਾਲਾ ਸੱਜਣ ਹੈ ਉੱਥੇ ਖੜਾ ਹੋ ਗਿਆ। ਕਹਿੰਦੇ ਠਹਿਰੋ ਬ੍ਰਾਹਮਣ ਜੀ, ਠਹਿਰੋ, ਗੱਲ ਸੁਣੋ। ਰੁਕ ਗਿਆ ਉੱਥੇ। ਜਦੋਂ ਰੁਕਿਆ ਤੇ ਕਹਿਣ ਲੱਗੇ ਕੀ ਕਰ ਰਹੇ ਹੋ? ਕਹਿੰਦੇ ਇਹਨੇ ਮੇਰੀ ਜਿਹੜੀ ਲੀਕ ਸੀ ਨਾ ਉਹ ਟੱਪ ਦਿੱਤੀ ਹੈ। ਚੌਂਕੇ ਦੇ ਦੁਆਲੇ ਲਕੀਰ ਪਾਈ ਸੀ, ਉਹ ਟੱਪ ਦਿੱਤੀ। ਹਜ਼ੂਰ ਨੇ ਫਿਰ ਉੱਥੇ ਇੱਕ ਸ਼ਲੋਕ ਉਚਾਰਿਆ। ਕਹਿਣ ਲੱਗੇ ਅੱਜ ਤਾਂ ਤੈਨੂੰ ਪਤਾ ਲੱਗਾ, ਤੈਨੂੰ ਪਤਾ ਨਹੀਂ ਤੇਰੀ ਲਕੀਰ ਦੇ ਅੰਦਰ ਤੇ ਪਹਿਲਾਂ ਸਾਰੀਆਂ ਨੀਵੀਆਂ ਜਾਤੀਆਂ ਵਾਲੇ ਰਹਿੰਦੇ ਨੇ, ਤੈਨੂੰ ਸਮਝ ਨਹੀਂ। ਕਹਿਣ ਲੱਗਾ ਕੋਈ ਵੀ ਨਹੀਂ, ਮੈਂ ਤੇ ਵੜਨ ਨਹੀਂ ਦਿੱਤਾ ਕਦੇ। ਕਹਿਣ ਲੱਗੇ ਤੇਰੀ ਇਸ ਲੀਕ ਦੇ ਅੰਦਰ ਇੱਕ ਡੂਮਣੀ ਰਹਿੰਦੀ ਹੈ। ਡੂਮਣੀ ਦਾ ਅਰਥ ਹੈ ਡੂਮ ਦੇ ਘਰ ਵਾਲੀ। ਡੂਮ ਦੇ ਅਰਥ ਨੇ ਮਰਾਸੀ, ਮਰਾਸੀ ਦੇ ਘਰ ਵਾਲੀ। ਕਹਿੰਦੇ ਸੰਨਿਆਸੀ ਜੀ ਤੁਸੀਂ ਵੇਖੋ, ਤੁਹਾਡੀ ਲੀਕ ਦੇ ਅੰਦਰ ਇੱਕ ਮਰਾਸਨ ਰਹਿੰਦੀ ਹੈ, ਡੂਮਣੀ। ਇੱਕ ਤੁਹਾਡੀ ਲੀਕ ਦੇ ਅੰਦਰ ਕਸਾਇਣ ਰਹਿੰਦੀ ਹੈ, ਕਸਾਈ ਦੇ ਘਰ ਵਾਲੀ। ਤੇ ਇੱਕ ਤੁਹਾਡੀ ਲੀਕ ਦੇ ਅੰਦਰ ਨਿੰਦਿਆ ਰਹਿੰਦੀ ਹੈ। ਇਹ ਸਾਰੀਆਂ ਤੁਹਾਡੇ ਲੀਕ ਦੇ ਵਿੱਚ ਰਹਿੰਦੀਆਂ। ਤੁਹਾਡਾ ਚੌਂਕਾ ਮੈਲਾ ਜੇ, ਤੁਸੀਂ ਅੱਜ ਤੱਕ ਸਾਰੀ ਜ਼ਿੰਦਗੀ ਮੈਲਾ ਹੀ ਭੋਜਨ ਖਾਂਦੇ ਰਹੇ। ਜਿਸ ਵੇਲੇ ਸ਼ਬਦ ਕਹੇ ਤੇ ਉਹ ਸੰਨਿਆਸੀ ਜੀ ਹੈਰਾਨ ਹੋ ਕੇ ਪੁੱਛਣ ਲੱਗੇ ਮਹਾਰਾਜ, ਕਿਉਂਕਿ ਪੂਰੇ ਗੁਰੂ ਨੇ ਨਾ ਫਿਰ ਬਰਕਤ ਵਰਤੀ ਸ਼ਬਦ ਦੀ। ਸ਼ਬਦ ਤੇ ਉਹੀ ਸਨ, ਆਪਾਂ ਵੀ ਸਾਰਿਆਂ ਨੂੰ ਕਹਿੰਦੇ ਰਹਿੰਦੇ, ਪਰ ਬਾਬੇ ਨਾਨਕ ਦੇ ਸ਼ਬਦ ਕਦੀ ਕਦੀ ਆਮ ਬੋਲਦੇ ਸਨ, ਉਦੋਂ ਨਹੀਂ ਸੀ ਕੋਈ ਸੁਣਦਾ। ਇਸ ਤਰ੍ਹਾਂ ਵੀ ਵਰਤਦਾ। ਇਹ ਗੁਰੂ ਦੀ ਮਰਜ਼ੀ ਹੈ ਵੀ ਰਬੜ ਦੀਆਂ ਗੋਲੀਆਂ ਚਲਾਉਣੀਆਂ ਨੇ ਕਿ ਬਰੂਦ ਭਰ ਕੇ ਚਲਾਉਣਾ ਹੈ, ਇਹ ਉਹਦੀ ਆਪਣੀ ਸਮਰੱਥਾ ਹੈ। ਜਦੋਂ ਨਾ ਚਾਹਣ ਕੁਝ ਨਹੀਂ ਹੁੰਦਾ। ਕਈਆਂ ਨੂੰ ਸਮਝਾਉਂਦੇ ਵੀ ਰਹੇ, ਨਹੀਂ ਸਮਝਦੇ। ਪਰ ਜਦੋਂ ਗੁਰੂ ਪੂਰਾ ਆ ਗਿਆ ਨਾ ਆਪਣੀ ਆਈ ਤੇ ਸਾਧ ਸੰਗਤ ਜੀ, ਬਸ ਫਿਰ ਹਿੱਲੇਗਾ ਨਹੀਂ ਕੁਝ ਅੱਗੇ, ਸਭ ਕੁਝ ਖਿਲਾਰ ਕੇ ਰੱਖ। ਉਸ ਸੰਨਿਆਸੀ ਦੀ ਚੋ ਜਿਹੜੀ ਲੱਕੜ ਸੀ ਡਿੱਗ ਪਈ ਜ਼ਮੀਨ, ਬੁੱਝ ਗਈ ਉਹਦੀ ਅੱਗ। ਪੰਡਤ ਥੱਲੇ ਬੈਠ ਗਿਆ। ਕਹਿਣ ਲੱਗੇ ਦੱਸੋ ਕਿਹੜੀ ਪਵਿੱਤਰਤਾ ਮੇਰੇ ਜੀਵਨ ਵਿੱਚ ਹੈ? ਤੇ ਸਤਿਗੁਰੂ ਨੇ ਸ਼ਲੋਕ ਉਚਾਰਿਆ। ਕਹਿਣ ਲੱਗੇ ਕੁਬੁੱਧ ਡੂਮਣੀ, ਆਪਣੇ ਮੱਥੇ ਤੇ ਹੱਥ ਮਾਰ ਕੇ ਵੇਖ, ਤੇਰੇ ਮੱਥੇ ਵਿੱਚ ਜਿਹੜੀ ਬੁੱਧੀ ਹੈ ਨਾ ਉਹ ਕੁਬੁੱਧੀ ਹੋ ਗਈ ਹੈ, ਗਲਤ ਹੋ ਗਈ, ਪੁੱਠੀ ਹੋ ਗਈ, ਨਾਮ ਤੋਂ ਬਿਨਾ ਖਾਲੀ। ਕੁਬੁੱਧ ਡੂਮਣੀ, ਡੂਮਣੀ ਦਾ ਅਰਥ ਹੈ ਡੂਮ ਦੇ ਘਰ ਵਾਲੀ। ਇਹ ਤੇਰੇ ਸਰੀਰ ਦੇ ਵਿੱਚ, ਤੇਰੇ ਮਨ ਵਿੱਚ ਰਹਿੰਦੀ, ਤੂੰ ਬਾਹਰ ਲੀਕਾਂ ਕੱਢਦਾ ਫਿਰ। ਕੁਬੁੱਧ ਡੂਮਣੀ ਕੁਦਇਆ ਕਸਾਇਣ, ਜਿਹੜੀ ਤੇਰੇ ਮਨ ਵਿੱਚ ਦਇਆ ਕੋਈ ਨਹੀਂ ਨਾ, ਇਹ ਕਸਾਈ ਦੀ ਘਰ ਵਾਲੀ ਕਸਾਇਣ ਤੇਰੇ ਮਨ ਵਿੱਚ ਰਹਿੰਦੀ। ਸਾਰੀਆਂ ਨੀਵੀਆਂ ਜਾਤੀਆਂ, ਤੇਰੇ ਵਿੱਚ ਦਇਆ ਕਿੱਥੇ ਹੈ?
ਇੱਕ ਪਾਸੇ ਤੂੰ ਸੰਨਿਆਸ ਧਾਰਿਆ, ਇੱਕ ਪਾਸੇ ਇੱਕ ਬੰਦਾ ਇੱਕ ਕਦਮ ਅੱਗੇ ਆ ਗਿਆ, ਚੱਲ ਤੂੰ ਪਰਤ ਕੇ ਪੋਚਾ ਫੇਰ ਲੈ, ਤੂੰ ਉਹਦੇ ਪਿੱਛੇ ਦੌੜਿਆ। ਇੰਨਾ ਕ੍ਰੋਧ। ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ। ਤੇਰੇ ਹਿਰਦੇ ਵਿੱਚ ਦੂਜੇ ਦੀ ਨਿੰਦਿਆ ਰੂਪੀ ਜਿਹੜੀ ਚੂੜੀ ਭਾਵ ਵੇਸ਼ਵਾ ਛੁਪੀ ਹੋਈ ਹੈ। ਪਰ ਨਿੰਦਾ ਘਟ ਚੂੜੀ, ਮੁੱਠੀ ਕ੍ਰੋਧ ਚੰਡਾਲ। ਤੇ ਇੱਕ ਠੱਗਣੀ ਹੈ ਜਿਹੜੀ ਕ੍ਰੋਧ ਦੀ ਭਰੀ ਹੋਈ, ਉਹ ਤੇਰੇ ਮਨ ਵਿੱਚ ਬਿਰਤੀ ਹੈ। ਕਹਿਣ ਲੱਗੇ ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ। ਇਹ ਚਾਰੇ ਹੀ ਨੀਵੀਆਂ ਜਾਤਾਂ ਤੇਰੇ ਮਨ ਦੇ ਵਿੱਚ ਨਿਵਾਸ ਕਰਦੀਆਂ ਨੇ, ਬਾਹਰ ਦੀਆਂ ਲੀਕਾਂ ਤੇਰਾ ਕੀ ਕਰਨਗੀਆਂ। ਇਹਦਾ ਮਤਲਬ ਇਹ ਸੀ ਕਿ ਸਾਧ ਸੰਗਤ, ਜਿਵੇਂ ਕਿ ਅੱਜ ਦਾ ਬਚਨ ਹੈ ਪੂਰਾ ਪ੍ਰਭ। ਪੂਰੇ ਦਾ ਮਤਲਬ ਕੀ ਹੈ? ਜਿਹਦੇ ਵਿੱਚ ਕੋਈ ਅਧੂਰਾਪਣ ਨਹੀਂ। ਮਨੁੱਖ ਦਾ ਪਤਾ ਉਦੋਂ ਲੱਗੇਗਾ ਜਦੋਂ ਕਿਸੇ ਨਾਲ ਵਾਹ ਪਵੇ ਵੀ ਕਿੰਨਾ ਕੁ ਧਰਮ ਇਹਦੇ ਬੰਦੇ। ਵੈਸੇ ਤੇ ਲਿੰਬ ਪੋਚ ਕੇ ਸਤਿਗੁਰੂ ਕਹਿੰਦੇ ਰੂਪ ਕਰੈ ਸਿੰਗਾਰ, ਆਪਾਂ ਬੜੀਆਂ ਵਧੀਆ, ਆਪਾਂ ਸਾਰਾ ਕੁਝ ਹਾਰ ਸ਼ਿੰਗਾਰ ਧਰਮ ਦਾ ਲਾ ਕੇ ਤੁਰਦੇ ਫਿਰਨੇ ਆ। ਪਤਾ ਉਦੋਂ ਲੱਗਦਾ ਜਿੱਦਣ ਵਾਹ ਪਵੇ, ਜਦੋਂ ਬੰਦੇ ਦਾ ਸਰੀਰ ਕ੍ਰੋਧ ਨਾਲ ਕੰਬੀ ਜਾਂਦਾ, ਕਿਸੇ ਨਾਲ ਵਿਚਰਦਾ, ਉਸ ਵੇਲੇ ਪਤਾ ਲੱਗਾ ਕਿੰਨਾ ਕੁ ਜਾਗਦਾ, ਕਿੰਨੀ ਕੁ ਇਹਦੇ ਵਿੱਚ ਅਵੇਅਰਨੈਸ। ਤੇ ਜੇ ਉਸ ਵੇਲੇ ਸੌਂ ਗਿਆ। ਇਸ ਕਰਕੇ ਕਈ ਪ੍ਰਕਾਰ ਦਾ ਧਰਮ ਹੈ। ਜਿਵੇਂ ਕਿ ਬਾਬਾ ਕਬੀਰ ਸਾਹਿਬ ਨੇ ਕਿਹਾ, ਧਰਮੀ ਦੀ ਪਹਿਲੀ ਮੰਜ਼ਿਲ ਹੈ ਰੋੜੇ ਵਰਗੇ ਹੋਣਾ, ਪੱਥਰ ਵਰਗੇ ਹੋਣਾ। ਪਰ ਪੱਥਰ ਵਿੱਚ ਜਿੱਥੇ ਇੱਕ ਗੁਣ ਹੈ ਕਿ ਉਹ ਜ਼ਮੀਨ ਤੇ ਜਿੱਥੇ ਰੱਖੋ ਪਿਆ ਰਹਿੰਦਾ, ਉਹਦੇ ਵਿੱਚ ਅਵਗੁਣ ਵੀ ਹੈ। ਉਹਨੂੰ ਪੈਰ ਜਿਹੜਾ ਛੂ ਜਾਏ ਤੇ ਉਹਦੇ ਪੈਰ ਫਟੇ ਜਾਂਦੇ ਨੇ। ਇਸੇ ਤਰ੍ਹਾਂ ਪੱਥਰ ਬਿਰਤੀ ਜਿਹੜੀ ਧਾਰਮਿਕ ਦੁਨੀਆ ਵਿੱਚ, ਉਹ ਕੁਝ ਸਮੇਂ ਵਾਸਤੇ ਤਾਂ ਧਰਮੀ ਰਹਿੰਦੀ ਹੈ, ਪਰ ਥੋੜੇ ਸਮੇਂ ਬਾਅਦ ਵਕਤ ਬਦਲਣ ਦੇ ਨਾਲ ਉਹਦੇ ਵਿੱਚ ਧਰਮ ਉੱਡ ਜਾਂਦਾ ਹੈ ਸਮੇਂ ਦੇ ਨਾਲ। ਇਸ ਤਰ੍ਹਾਂ ਕਈ ਅਵਸਥਾਵਾਂ ਨੇ, ਪਰ ਇੱਥੇ ਸਤਿਗੁਰੂ ਕਹਿੰਦੇ ਪੂਰਾ ਪ੍ਰਭ। ਪੂਰੇ ਦਾ ਮਤਲਬ ਜਿਹਦੇ ਕੋਲ ਪੂਰਾ ਹੀ ਧਰਮ ਹੈ, ਪੂਰਾ ਆਪ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ, ਔਰ ਬੜੀ ਪੁਰਾਣੀ ਧਾਰਨਾ ਹੈ, ਅੱਜ ਦੀ ਨਹੀਂ, ਇੱਥੇ ਸਮਝਿਆ ਜਾਂਦਾ ਹੈ ਕਿ ਜਿੰਨਾ ਚਿਰ ਆਦਮੀ ਧਰਮੀ ਹੈ ਉਹਨਾਂ ਚਿਰ ਸੰਸਾਰੀ ਨਹੀਂ, ਜਿੰਨਾ ਚਿਰ ਸੰਸਾਰੀ ਹੈ ਉਹਨਾਂ ਚਿਰ ਧਰਮੀ ਨਹੀਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਸੱਚ ਇੱਥੇ ਪ੍ਰਗਟ ਕੀਤਾ। ਕਹਿਣ ਲੱਗੇ ਪੂਰਾ ਧਰਮ ਉਹ ਹੈ ਜਿਹੜਾ ਮਨੁੱਖ ਨੂੰ ਉਹਦੀ ਹੋਸ਼ ਸੰਭਾਲਣ ਤੋਂ ਲੈ ਕੇ ਤੇ ਬੁਢੇਪੇ ਤੱਕ ਕਿਸੇ ਵੀ ਜੀਵ ਦੇ ਕੰਮ ਆ ਜਾਏ। ਦਾ ਮਤਲਬ ਇਹ ਨਹੀਂ ਕਿ ਧਰਮ ਬੁਢੇਪੇ ਵਿੱਚ ਕੰਮ ਦਿੰਦਾ। ਇਸੇ ਕਰਕੇ ਸ਼ਾਇਦ ਗੁਰੂ ਨਾਨਕ ਦੇ ਘਰ ਵਿੱਚ 10 ਗੁਰੂਆਂ ਵਿੱਚ ਜਿਹੜੀ ਜੋਤ ਵਰਤੀ ਏ, ਉਹਨਾਂ ਵਿੱਚੋਂ ਇੱਕ ਸਰੀਰ ਜਿਹੜਾ ਚੁਣਿਆ ਗਿਆ ਉਹ ਕੇਵਲ 5 ਸਾਲ ਦਾ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਮਰ ਬੱਚਿਆਂ ਦੀ ਸੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਮਰ ਬੁਢੇਪੇ ਵਿੱਚ ਸੀ। ਇਹਦਾ ਭਾਵ ਇਹ ਸੀ ਕਿ ਧਰਮ ਇੱਕ ਇਸ ਤਰ੍ਹਾਂ ਦੀ ਔਸ਼ਧੀ ਹੈ ਜਿਹੜੀ 5 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਦੇ ਕੰਮ ਆ ਸਕਦੀ। ਇਹਦੇ ਵਾਸਤੇ ਉਮਰ ਮਿਤੀ ਹੋਈ ਨਹੀਂ ਹੈ, ਇਹ ਬੱਚਿਆਂ ਦੇ ਵੀ ਕੰਮ ਆ ਸਕਦੀ। ਤੇ ਪੂਰਾ ਪ੍ਰਭ ਆਰਾਧਿਆ, ਜਿਨ੍ਹਾਂ ਨੇ ਪੂਰੇ ਪ੍ਰਭੂ ਨੂੰ ਆਰਾਧਿਆ, ਇਹਦਾ ਮਤਲਬ ਅਧੂਰਾ ਨਹੀਂ ਰੱਬ, ਉਹ ਪੂਰਾ ਹੈ। ਉਹ ਹਰ ਇੱਕ ਖੇਤਰ ਵਿੱਚ ਜਿਹੜਾ ਉਹਦੇ ਚਰਨਾਂ ਨਾਲ ਸਾਂਝ ਪਾਉਂਦਾ ਹੈ, ਹਰ ਇੱਕ ਖੇਤਰ ਵਿੱਚ ਉਹਦੀ ਅਗਵਾਈ ਕਰਨ ਲੱਗ ਪੈਂਦਾ ਹੈ। ਹਰ ਇੱਕ ਖੇਤਰ ਵਿੱਚ ਜੇ ਉਹ ਧਰਮ ਵਾਲੇ ਪਾਸੇ, ਜਿਵੇਂ ਕਿ ਬਾਣੀ ਵਿੱਚ ਆਉਂਦਾ ਹੈ, ਗੁਰਮੁਖ ਪਰਵਿਰਤ ਨਿਰਵਿਰਤ ਪਛਾਣੈ। ਜਿਵੇਂ ਕਿ ਜਦੋਂ ਆਨੰਦ ਕਾਰਜ ਹੁੰਦਾ, ਉਹਨਾਂ ਲਾਵਾਂ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਪਰਵਿਰਤੀ ਦਾ ਮਤਲਬ ਸੰਸਾਰ ਨਾਲ ਸਾਂਝ ਪਾਉਣੀ, ਤੇ ਦੂਜੇ ਪਾਸੇ ਗੁਰਮੁਖ ਪਰਵਿਰਤ ਨਿਰਵਿਰਤ ਪਛਾਣੈ। ਗੁਰਮੁਖ ਨੂੰ ਇਸ ਗੱਲ ਦੀ ਸੋਝੀ ਗੁਰੂ ਵੱਲੋਂ ਮਿਲ ਜਾਂਦੀ ਹੈ ਕਿ ਤੂੰ ਕਿਸ ਵਕਤ ਪਰਵਿਰਤੀ ਵਿੱਚ ਵਰਤਣਾ ਹੈ। ਪਰਵਿਰਤੀ ਦਾ ਮਤਲਬ ਤੂੰ ਸੰਸਾਰ ਨਾਲ ਸਾਂਝ ਪਾਉਣੀ ਹੈ, ਤੇ ਕਿਹੜੇ ਵਕਤ ਉਹਦੇ ਵਿੱਚੋਂ ਨਿਕਲ ਕੇ ਤੂੰ ਸੰਸਾਰ ਵੱਲ ਨਿਰਵਿਰਤ ਹੋ ਕੇ, ਨੈਗੇਟਿਵ ਹੋ ਕੇ, ਤੇ ਸ਼ਬਦ ਵਾਲੇ ਪਾਸੇ, ਨਾਮ ਵਾਲੇ ਪਾਸੇ, ਗੁਰੂ ਵਾਲੇ ਪਾਸੇ ਤੂੰ ਪੋਜ਼ਿਟਿਵ ਹੋਣਾ, ਉਸ ਪਾਸੇ ਤੂੰ ਜੁੜਨਾ ਹੈ। ਇਹ ਦੋਵੇਂ ਸਾਂਝਾਂ ਇਕੱਠੀਆਂ ਜਿਸ ਬੰਦੇ ਵਿੱਚ ਭਰ ਦਿੱਤੀਆਂ, ਉਸ ਨੂੰ ਸੰਪੂਰਨ ਗੁਰਮੁਖ ਕਹਿੰਦੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਕਨਸੈਪਟ ਦਿੱਤਾ ਸੀ ਮੇਰੀ ਪੀਰੀ ਦਾ, ਅੱਜ ਅਸੀਂ ਉਹਨੂੰ ਭੁੱਲ ਚੁੱਕੇ ਹਾਂ। ਉਹਦੇ ਤੇ ਬੜੀ ਵੱਡੀ ਭੁਲੇਖੇ ਤੇ ਗਲਤੀ ਦਾ ਸ਼ਿਕਾਰ ਹੋ ਗਏ। ਉਹ ਗਲਤੀ ਕਿਹੜੀ ਹੈ? ਸਤਿਗੁਰੂ ਨੇ ਇੱਕ ਵਿਚਾਰ ਹੋਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਵੀ ਇੱਕੋ ਬੰਦਾ
ਇੱਕੋ ਵਕਤ ਧਰਮੀ ਤੇ ਰਾਜਨੀਤਿਕ ਹੋਏਗਾ, ਇੱਕੋ ਆਦਮੀ। ਇਹ ਨਹੀਂ ਕਿ ਤੁਸੀਂ ਰਾਜਨੀਤਿਕਾਂ ਦਾ ਟੋਲਾ ਵੱਖਰਾ ਰੱਖੋਗੇ ਤੇ ਧਰਮੀਆਂ ਦਾ ਵੱਖਰਾ। ਇਹ ਨਹੀਂ ਸੀ ਵਿਚਾਰ ਜਿਹੜਾ ਕਿ ਅਸੀਂ ਅੱਜ ਅਪਣਾਇਆ। ਇਹ ਬਿਲਕੁਲ ਗਲਤ ਵਿਚਾਰਧਾਰਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਜਿਹੜਾ ਮਨੁੱਖ ਧਰਮੀ ਹੈ ਰਾਜਨੀਤਿਕ ਵੀ ਹੋਏਗਾ ਤੇ ਤਾਂ ਰਾਜਨੀਤੀ ਸ਼ੁੱਧ ਰਹੇਗੀ। ਜੇ ਧਰਮੀ ਧਰਮੀ ਰਿਹਾ ਤੇ ਰਾਜਨੀਤਿਕ ਰਿਹਾ, ਦੋਵੇਂ ਗਲਤ ਹੋ ਜਾਣਗੇ। ਦੋਵਾਂ ਨੂੰ ਇਕੱਠਾ ਕੀਤਾ ਸੀ। ਅਸੀਂ ਇਹਨੂੰ ਭੁੱਲ ਚੁੱਕੇ ਹਾਂ। ਅਸੀਂ ਸੋਚਿਆ ਧਰਮੀ ਉਹਦੇ ਕੱਪੜੇ ਵੱਖਰੇ, ਉਹਦੀ ਵਰਦੀ ਵੱਖਰੀ, ਉਹਦੀ ਡਿਊਟੀ ਵੱਖਰੀ, ਉਹ ਰਾਜਨੀਤੀ ਬਾਰੇ ਨਹੀਂ ਜਾਣ ਸਕਦਾ, ਨਾ ਉਹਦੇ ਵਿੱਚ ਉਹਦੀ ਦਖਲਅੰਦਾਜ਼ੀ ਹੈ। ਤੇ ਜਿਹੜਾ ਰਾਜਨੀਤਿਕ ਕਹਿੰਦੇ ਉਹਨੂੰ ਧਰਮ ਦੀ ਕੋਈ ਲੋੜ ਨਹੀਂ, ਭਾਵੇਂ 12 ਵਜੇ ਦੁਪਹਿਰੇ ਉੱਠੇ, ਜੋ ਮਰਜ਼ੀ ਖਾਏ, ਜੋ ਮਰਜ਼ੀ, ਪਰ ਫਿਰ ਵੀ ਉਹ ਸਿੱਖ ਬੜਾ ਵੱਡਾ ਹੈ, ਉਹਨੂੰ ਅਵਾਰਡ ਦੇ ਦਿਓ, ਜੋ ਕੁਝ ਮਰਜ਼ੀ ਕਰ ਦਿਓ। ਇਹ ਸਤਿਗੁਰਾਂ ਦਾ ਸਿਧਾਂਤ ਨਹੀਂ ਸੀ। ਹਜ਼ੂਰ ਨੇ ਕਿਹਾ ਸੀ, ਇੱਕੋ ਹੀ ਵਿਅਕਤੀ ਜਿਨਨੇ ਰਾਜ ਕਰਨਾ ਹੈ ਉਹਨੂੰ ਧਰਮ ਦੀ ਸੋਝੀ ਹੋਣੀ ਚਾਹੀਦੀ ਹੈ, ਔਰ ਜਿਨਨੇ ਧਰਮ ਕਮਾਉਣਾ ਹੈ ਉਹਨੂੰ ਕੁਝ ਨਾ ਕੁਝ ਰਾਜਨੀਤੀ ਦਾ ਪਤਾ ਹੋਣਾ ਚਾਹੀਦਾ ਹੈ। ਇਸ ਕਰਕੇ ਸਤਿਗੁਰੂ ਬਾਣੀ ਵਿੱਚ ਬਚਨ ਕਹਿੰਦੇ ਨੇ ਕਿ ਮੈਂ ਆਪਣੇ ਸਿੱਖ ਵਿੱਚ ਚਾਰੇ ਹੀ ਚੀਜ਼ਾਂ ਇਕੱਠੀਆਂ ਪਾ ਦਿਆਂਗਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਖੱਤਰੀ ਸ਼ਬਦੰ, ਸੂਰ ਸ਼ਬਦੰ, ਇਹ ਚਾਰ ਜਿਹੜੇ ਵਰਨ ਸਨ ਇਹਨਾਂ ਦੇ ਵੱਖਰੇ ਵੱਖਰੇ ਕਰਮ ਸਨ। ਖੱਤਰੀ ਜਿਹੜਾ ਸਿਰਫ ਲੜਦਾ ਸੀ ਤਲਵਾਰ ਲੈ ਕੇ, ਉਹਨੂੰ ਵਿਦਿਆ ਨਹੀਂ ਸੀ ਆਉਂਦੀ। ਬ੍ਰਾਹਮਣ ਜਿਹੜਾ ਉਹ ਇਕੱਲਾ ਪੜ੍ਹਦਾ ਸੀ, ਉਹਦੇ ਕੋਲ ਤਲਵਾਰ ਕੋਈ ਨਹੀਂ ਸੀ। ਸ਼ੂਦਰ ਜਿਹੜਾ ਉਹ ਸਾਰਾ ਦਿਨ ਕੰਮ ਕਰਦਾ ਸੀ, ਨਾ ਉਹਦੇ ਕੋਲ ਵਿਦਿਆ, ਨਾ ਉਹਦੇ ਕੋਲ ਤਲਵਾਰ। ਇਸ ਤਰ੍ਹਾਂ ਜਿਹੜਾ ਵੈਸ਼ ਸੀ, ਉਹ ਜਿਹੜਾ ਵਾਈ ਖੇਤੀ ਕਰਦਾ ਸੀ, ਉਹਨੂੰ ਹੋਰ ਕੋਈ ਕੰਮ ਨਹੀਂ ਸੀ ਆਉਂਦਾ, ਉਹਨੂੰ ਵਾਈ ਖੇਤੀ ਨਹੀਂ ਸੀ ਆਉਂਦੀ। ਸਤਿਗੁਰੂ ਨੇ ਕਿਹਾ, ਇੱਕੋ ਵਕਤ ਮੈਂ ਸਾਰੇ ਗੁਣ ਸਿੱਖ ਵਿੱਚ ਪਾਵਾਂਗਾ। ਵਿਦਿਆ ਉਹਨੂੰ ਦਿਆਂਗਾ, ਵਿਦਿਆ ਉਹਦੇ ਕੋਲ ਹੀ ਚਾਹੀਦੀ ਹੈ, ਸ਼ਸਤਰ ਵਿਦਿਆ ਉਹਦੇ ਕੋਲ ਹੋਣੀ ਚਾਹੀਦੀ ਹੈ, ਉਹ ਆਪਣੇ ਹੱਥਾਂ ਨਾਲ ਆਪ ਕੰਮ ਕਰੇ। ਇਹ ਸਾਰੇ ਗੁਣ ਇਕੱਠੇ ਪਾਏ ਸਨ। ਔਰ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਜਾਂਦੇ ਤੇ ਜਿਹੜਾ ਸਾਧ ਸੰਗਤ ਜੀ ਸਿੱਖ ਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਆ ਸੀ ਆਪਣੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਕੇ, ਜੇ ਇਹ ਸਾਰੇ ਗੁਣ ਸਾਨੂੰ ਪਤਾ ਹੁੰਦਾ ਨਾ ਵੀ ਇੱਕੋ ਬੰਦੇ ਵਿੱਚ ਕੰਮ ਕਰਦੇ ਨੇ, ਤੇ ਸਿੱਖ ਰਾਜ ਕਦੀ ਖਤਮ ਨਹੀਂ ਸੀ ਹੁੰਦਾ। ਇਹਦੇ ਖਤਮ ਹੋਣ ਦਾ ਕਾਰਨ ਸੀ ਕਿ ਜਿਹੜਾ ਰਾਜਾ ਸੀ ਉਹਦੇ ਕੋਲ ਵਿਦਿਆ ਕੋਈ ਨਹੀਂ ਸੀ, ਉਹਦੇ ਕੋਲ ਇਕੱਲੇ ਸ਼ਸਤਰ ਸੀ। ਇਸ ਕਰਕੇ ਉਹ ਮਾਰ ਖਾ ਗਏ। ਇਕੱਲੇ ਸ਼ਸਤਰ ਉਹਨਾਂ ਕੋਲ, ਵਿਦਿਆ ਨਹੀਂ ਸੀ। ਜੇ ਵਿਦਿਆ ਹੁੰਦੀ ਤੇ ਵਿਦਿਆ ਦਾ ਪਸਾਰ ਹੋ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਖੋਲ੍ਹ ਦਿੱਤਾ ਜਾਂਦਾ ਉਸ ਵੇਲੇ ਸ਼ਕਤੀ ਦੇ ਨਾਲ, ਮਾਇਆ ਦੇ ਨਾਲ, ਪਰ ਨਹੀਂ। ਉੱਥੇ ਅਸੀਂ ਇੱਕ ਪਾਸੇ ਸਿਪਾਹੀ ਖੜੇ ਕਰ ਦਿੱਤੇ ਤੇ ਸੰਤ ਇੱਕ ਪਾਸੇ ਖੜੇ ਕਰ ਦਿੱਤੇ, ਦੋਵਾਂ ਦਾ ਜੋੜ ਨਹੀਂ ਕਿਤੇ ਵੱਜਾ। ਇਸ ਕਰਕੇ ਨੁਕਸਾਨ ਹੋਇਆ ਕਿ ਜਿਹੜਾ ਸੂਰਮਾ ਸੀ, ਜਿਹੜਾ ਰਾਜਾ ਸੀ, ਉਹ ਵਿਦਿਆ ਤੋਂ ਹੀਣ ਸੀ। ਇਸ ਕਰਕੇ ਏਡੀ ਮਹਾ ਸ਼ਕਤੀ ਜਿਹੜੀ ਸਾਹਿਬਜ਼ਾਦਿਆਂ ਦੇ ਖੂਨ ਦੇ ਨਾਲ ਪੈਦਾ ਕੀਤੀ ਗਈ ਸੀ ਔਰ ਦੁਨੀਆ ਦੀ ਸਭ ਤੋਂ ਪਹਿਲੀ ਪਾਵਰ ਸੀ, ਉਹ ਕੁਝ ਹੀ ਸਾਲਾਂ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਘੁੰਮ ਕੇ ਨਸ਼ਟ ਹੋ ਗਈ। ਇਹਦਾ ਇੱਕੋ ਕਾਰਨ ਸੀ। ਇਸ ਕਰਕੇ ਪੂਰਾ ਪ੍ਰਭ ਦਾ ਅਰਥ ਕੀ ਹੈ? ਪੂਰਾ ਪ੍ਰਭ ਦਾ ਅਰਥ ਹੈ ਰੱਬ ਸਰਬ ਗੁਣ ਸੰਪੂਰਨ ਹੈ। ਇਹ ਨਹੀਂ ਕਿ ਉਹ ਇਕੱਲਾ ਧਰਮੀ ਹੈ, ਉਹਦੇ ਵਿੱਚ ਸਾਰੀ ਪ੍ਰਕਾਰ ਦੇ ਸੰਸਾਰਕ ਗੁਣ ਵੀ ਨੇ ਔਰ ਉਹਦੇ ਵਿੱਚ ਧਰਮ ਦੇ ਗੁਣ ਵੀ ਨੇ। ਦੋਵੇਂ ਸਾਂਝਾ ਨੇ। ਐਸੇ ਪੂਰੇ ਪ੍ਰਭੂ ਨੂੰ ਜਿਨ੍ਹਾਂ ਨੇ ਅਰਾਧਿਆ ਹੈ ਔਰ ਪੂਰੀ ਤਰ੍ਹਾਂ ਅਰਾਧਿਆ ਹੈ, ਕਿਉਂਕਿ ਇਹ ਵੀ ਨਾਲ ਇੱਕ ਚੀਜ਼, ਜੇ ਰੱਬ ਪੂਰਾ ਹੈ ਤੇ ਉਹਦਾ ਨਾਮ ਵੀ ਪੂਰਾ ਹੈ। ਦੋਵੇਂ ਚੀਜ਼ਾਂ ਸੰਪੂਰਨ ਨੇ। ਤੇ ਇਹ ਵੀ ਸਾਫ਼ ਹੈ, ਜਿਨਨੇ ਉਹਨੂੰ ਪਾਉਣਾ ਹੈ, ਜਿਨਨੇ ਉਹਦੇ ਨਾਲ ਸਾਂਝ ਪਾਉਣੀ ਹੈ, ਉਹ ਵੀ ਪੂਰਾ ਹੋਣਾ। ਪੂਰੇ ਮਨ ਨਾਲ ਇਹ ਸਾਧਨਾ ਕਰੇਗਾ ਤੇ ਤਾਂ ਉਹਦੇ ਤੱਕ ਸਾਂਝ ਪਹੁੰਚ ਸਕੇਗੀ। ਜੇ ਉਹਦੇ ਮਨ ਦੇ ਵਿੱਚ ਵਿਰਲ ਹੋਈ, ਜੇ ਉਹਦੇ ਮਨ ਦੇ ਵਿੱਚ ਅਧੂਰਾਪਣ ਹੋਇਆ, ਤੇ ਉਸ ਪੂਰੇ ਨਾਲ ਉਹਦੀ ਸਾਂਝ ਨਹੀਂ ਬਣੇਗੀ। ਇਸ ਕਰਕੇ ਹਜ਼ੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਪੂਰਾ ਪ੍ਰਭ ਆਰਾਧਿਆ। ਜਿਨ੍ਹਾਂ ਗੁਰਮੁਖ ਜਨਾਂ ਨੇ ਮਨ ਦੇ ਵਿੱਚ ਪੂਰਾ ਪਿਆਰ ਲੈ ਕੇ ਉਸ ਪੂਰੇ ਅਕਾਲ ਪੁਰਖ ਦੀ ਅਰਾਧਨਾ ਕੀਤੀ ਹੈ, ਉਹਦਾ ਭਜਨ ਕੀਤਾ ਹੈ, ਉਹਨੂੰ ਜਪਿਆ, ਉਹਦਾ ਸਿਮਰਨ ਕੀਤਾ ਹੈ। ਹਜ਼ੂਰ ਕਹਿੰਦੇ, ਪੂਰਾ ਜਾਂ ਕਾ ਨਾਮ। ਧਾਰਮਿਕ ਜਗਤ ਦੇ ਹੁਣ ਤੱਕ ਜਿੰਨੇ ਵੀ ਸਾਧਨ ਵਰਤੇ ਗਏ ਨੇ, ਜਿਨ੍ਹਾਂ ਦੇ ਵਿੱਚ ਸੰਨਿਆਸ, ਯੋਗ ਔਰ ਅਨੇਕ ਤਰ੍ਹਾਂ ਦੀਆਂ ਸਮਾਧੀਆਂ ਤੇ ਸਿੱਧਾਂ ਦੇ ਆਸਨ, ਹੋਰ ਕਈ ਪ੍ਰਕਾਰ ਦੀਆਂ ਵਿਚਾਰਧਾਰਾ ਨੇ, ਸਿਆਣਿਆਂ ਦਾ ਇੱਕ ਪੜਚੋਲ ਭਰਿਆ ਇੱਕ ਸੱਚ ਹੈ। ਉਹ ਕਹਿੰਦੇ ਨੇ, ਸ਼ਬਦ ਦੀ ਅਰਾਧਨਾ
ਨਾਮ ਦਾ ਜਿਹੜਾ ਜਪ ਹੈ, ਇਹਦੇ ਵਿੱਚ ਸਾਰੇ ਸਾਧਨ ਇੱਕੋ ਵਕਤ ਇਕੱਠੇ ਸਮੇਟੇ ਜਾਂਦੇ ਨੇ। ਜੇ ਕੋਈ ਨਾਮ ਜਪਦਾ ਨਾ, ਪੂਰਾ ਜਾਂ ਕਾ ਨਾਉ, ਨਾਮ ਦੀ ਆਰਾਧਨਾ ਕਰਦਾ ਹੈ, ਜਿੰਨੇ ਯੋਗ ਨੇ, ਜਿੰਨੀਆਂ ਸਮਾਧੀਆਂ ਨੇ, ਜਿੰਨੇ ਆਸਨ ਨੇ, ਜਿੰਨੀਆਂ ਵਿਚਾਰਧਾਰਾ ਨੇ, ਜਿੰਨੀ ਪ੍ਰਕਾਰ ਦੇ ਪ੍ਰੇਮ ਨੇ, ਇਹ ਸਾਰੀਆਂ ਉਸ ਪੂਰੇ ਨਾਮ ਦੇ ਵਿੱਚ ਮੌਜੂਦ ਨੇ। ਤੇ ਜਿਹੜਾ ਇਸ ਨਾਮ ਦੀ ਆਰਾਧਨਾ ਕਰਦਾ ਹੈ, ਹਜ਼ੂਰ ਕਹਿੰਦੇ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਸ ਪੂਰੇ ਵਾਹਿਗੁਰੂ ਅਕਾਲ ਪੁਰਖ ਨੂੰ ਪ੍ਰਭੂ ਦੇ ਪਿਆਰਿਆਂ ਨੇ ਗੁਣ ਗਾ ਗਾ ਕੇ, ਉਹਦੀ ਉਸਤਤ ਕਰ ਕਰਕੇ ਪ੍ਰਾਪਤ ਕਰ ਲਿਆ। ਜਦੋਂ ਉਸ ਪੂਰੇ ਦੀ ਗੱਲ ਚੱਲੀ ਤਾਂ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਸ ਪੂਰੇ ਨੂੰ ਤੁਸੀਂ ਪਾਇਆ, ਜਿਹਦੀ ਤੁਸੀਂ ਸ਼ਲੋਕ ਵਿੱਚ ਗੱਲ ਕਰ ਰਹੇ ਹੋ, ਇਹਨੂੰ ਇੱਕ ਆਮ ਬੰਦਾ ਕਿਵੇਂ ਪ੍ਰਾਪਤ ਕਰ ਸਕਦਾ ਹੈ? ਉਸ ਪੂਰੇ ਦੇ ਨਾਲ ਆਮ ਆਦਮੀ ਕਿਵੇਂ ਜੁੜ ਸਕਦਾ ਹੈ? ਤੇ ਸਤਿਗੁਰੂ ਅੱਗੇ ਅਸ਼ਟਪਦੀ ਵਿੱਚ ਜੁੜਨ ਦੇ ਕਈ ਤਰੀਕੇ ਦਰਸਾਉਂਦੇ ਨੇ ਤਾਂ ਕਿ ਆਮ ਬੰਦੇ ਦੀ ਪਕੜ ਵਿੱਚ ਆ ਜਾਏ। ਉਸ ਪੂਰੇ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ? ਹਜ਼ੂਰ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼। ਹੁਣ ਜੇ ਤੂੰ ਪੂਰੇ ਨੂੰ ਮਿਲਣਾ ਹੈ ਨਾ, ਤੇ ਗੁਰੂ ਤੇਰਾ ਉਹ ਹੋਵੇ ਜਿਹੜਾ ਪੂਰਾ ਹੈ। ਜੇ ਗੁਰੂ ਅਧੂਰਾ ਬਣਾ ਲਿਆ, ਮਕੈਨਿਕ ਅਧੂਰਾ, ਮਕਾਨ ਕਿਵੇਂ ਪੂਰਾ ਹੋਵੇਗਾ? ਜਿਹੜਾ ਮਿਸਤਰੀ ਬਣਾਉਣ ਵਾਲਾ ਉਹ ਹੀ ਅਧੂਰਾ ਹੈ, ਮਕਾਨ ਕਿਵੇਂ ਪੂਰਾ ਹੋ ਜਾਏਗਾ? ਗੁਰੂ ਵੀ ਪੂਰਾ ਚਾਹੀਦਾ। ਪੂਰੇ ਗੁਰੂ ਦੀ ਨਿਸ਼ਾਨੀ ਇਹ ਹੈ ਕਿ ਜਿਹੜਾ ਸਾਧ ਸੰਗਤ ਜੀ ਰੱਬ ਵਰਗਾ ਹੈ, ਉਹਦੇ ਵਿੱਚ ਉਹਦੇ ਵਾਲਾ ਸੁਭਾਅ ਹੈ, ਉਹ ਖੁਸ਼ਾਮਦੀ ਨਹੀਂ ਕਿਸੇ ਦਾ। ਪੂਰੇ ਗੁਰੂ ਦੀ ਨਿਸ਼ਾਨੀ ਇਹ ਹੈ ਕਿ ਉਹ ਭੀੜ ਵਧਾਉਣ ਵਾਸਤੇ ਲੋਕਾਂ ਨਾਲ ਸਮਝੌਤੇ ਨਹੀਂ ਕਰਦਾ। ਜਿਵੇਂ ਕਿ ਆਮ ਥਾਵਾਂ ਤੇ ਤੁਸੀਂ ਵੇਖਿਆ ਹੋਵੇਗਾ, ਅਧੂਰੇ ਗੁਰੂ ਕੀ ਕਰਦੇ ਨੇ? ਉਹ ਆਮ ਲੋਕਾਂ ਨਾਲ, ਝੂਠੇ ਲੋਕਾਂ ਨਾਲ ਆਪਣੀ ਉਮਤ ਵਧਾਉਣ ਵਾਸਤੇ ਸਮਝੌਤੇ ਕਰ ਲੈਂਦੇ। ਇਹ ਅਧੂਰੇ ਮਨੁੱਖ ਦੀ ਨਿਸ਼ਾਨੀ ਹੈ, ਅਧੂਰੇ ਗੁਰੂ ਦੀ ਨਿਸ਼ਾਨੀ ਹੈ। ਔਰ ਇਹ ਸਮਝ ਲਓ, ਜਿਸ ਥਾਂ ਤੇ ਸੱਚ ਨੂੰ ਛੱਡ ਕੇ ਝੂਠ ਨਾਲ ਸਮਝੌਤਾ ਕੀਤਾ ਜਾਏ, ਉਸ ਥਾਂ ਤੇ ਪੂਰੇ ਗੁਰੂ ਦੀ ਗੱਲ ਨਹੀਂ ਚੱਲਦੀ, ਉਸ ਥਾਂ ਤੇ ਅਧੂਰੇ ਗੁਰੂ ਦੀ ਗੱਲ ਚੱਲਦੀ ਹੈ। ਇਸ ਕਰਕੇ ਪੂਰਾ ਗੁਰੂ, ਪਹਿਲਾਂ ਪੂਰੇ ਗੁਰੂ ਦਾ ਉਪਦੇਸ਼ ਸੁਣ। ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ ਭਗਤ ਜਨਾਂ ਨੇ ਜਿਹੜਾ ਉਪਦੇਸ਼ ਦਿੱਤਾ ਹੈ, ਉਹ ਇੱਕੋ ਹੀ ਆਤਮਾ ਹੈ। ਸਾਰਿਆਂ ਦੀ ਇਕੱਠੀ ਆਤਮਾ ਹੈ, ਉਹਦੇ ਵਿੱਚ ਵੱਖਰਾ ਨਹੀਂ ਕੁਝ। ਉਹ ਇੱਕ ਜਾਣ ਹੋ ਚੁੱਕੇ ਨੇ। ਉਹਨਾਂ ਵਿੱਚ ਸਿਰਫ ਬਾਹਰੀ ਤੌਰ ਤੇ ਨਾਮ ਵੱਖਰੇ ਨੇ। ਜਿਵੇਂ ਸਾਧ ਸੰਗਤ ਜੀ ਤੁਸੀਂ ਵੇਖਿਆ ਹੋਵੇਗਾ, ਕਈ ਕਹਿੰਦੇ ਨੇ ਬਾਣੀ ਭਗਤਾਂ ਦੀ ਹੈ ਕਿ ਗੁਰੂ ਦੀ ਹੈ ਕਿ ਕਿਹਦੀ ਹੈ। ਤੁਸੀਂ ਕਦੀ ਵੇਖੋ, ਆ ਸਾਡੇ ਕੋਲੋਂ ਨਹਿਰ ਲੰਘਦੀ ਹੈ, ਪਿੱਛੇ ਚਲੇ ਜਾਓ ਜਿੱਥੋਂ ਆਉਂਦੀ ਹੈ, ਤੇ ਜਿੱਥੋਂ ਤੁਰਦੀ ਹੈ ਨਾ ਨਹਿਰ, ਜਿਹੜੇ ਪਿੰਡ ਕੋਲੋਂ ਲੰਘੇਗੀ ਉਹ ਕਹਿਣਗੇ ਸਾਡੇ ਪਿੰਡ ਵਾਲੀ ਨਹਿਰ ਹੈ। ਅਗਲੇ ਵਿੱਚ ਆਏਗੀ, ਉਹ ਕਹਿੰਦੇ ਸਾਡੇ ਪਿੰਡ ਵਾਲਾ ਪੁਲ ਹੈ। ਜਿੰਨੇ ਨਗਰਾਂ ਵਿੱਚੋਂ ਲੰਘੇਗੀ ਉਸ ਨਹਿਰ ਦਾ ਵੱਖਰਾ ਵੱਖਰਾ ਨਾਂ ਰੱਖ ਲੈਣਗੇ, ਪਰ ਨਹਿਰ ਦੇ ਕਈ ਨਾਂ ਨਹੀਂ, ਉਹ ਪਾਣੀ ਇੱਕੋ ਹੈ, ਉਹਦੇ ਵਿੱਚ ਇੱਕੋ ਹੀ ਨਹਿਰ ਹੈ। ਜਿੱਥੇ ਜਿੱਥੇ ਜਾਏਗੀ ਉਹਦਾ ਨਾਮ ਬਦਲ ਜਾਏਗਾ। ਇਹ ਜਿਹੜੇ ਗੁਰੂ ਨੇ, ਭਗਤ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੱਖਰੇ ਨਹੀਂ, ਇੱਕੋ ਹੀ ਨਦੀ ਹੈ। ਪਰ ਜਿੱਥੋਂ ਜਿੱਥੋਂ ਲੰਘੀ, ਕਿਤੇ ਗੁਜਰਾਤ ਵਿੱਚੋਂ, ਕਿਤੇ ਮਹਾਰਾਸ਼ਟਰ ਵਿੱਚੋਂ, ਕਿਤੇ ਪੰਜਾਬ ਵਿੱਚ, ਕਿਤੇ ਲਾਹੌਰ ਵਿੱਚੋਂ ਲੰਘੀ, ਵੱਖਰੇ ਵੱਖਰੇ ਰੂਪ ਦੇ ਵਿੱਚ ਇਹਦੇ ਨਾਮ ਵੱਖਰੇ ਪੈ ਗਏ, ਵੱਖਰਾਪਣ ਇਹਦੇ ਵਿੱਚ ਨਹੀਂ। ਇਸ ਕਰਕੇ ਪੂਰਾ ਗੁਰੂ ਹੈ, ਤੇ ਇਸ ਗੁਰੂ ਦਾ ਉਪਦੇਸ਼ ਸੁਣ, ਤੇਰੀ ਸਾਂਝ ਪੂਰੇ ਰੱਬ ਨਾਲ ਬਣਨੀ ਸ਼ੁਰੂ ਹੋ ਜਾਏਗੀ। ਆਪਣੇ ਧਿਆਨ ਦੁਆਰਾ, ਆਪਣੇ ਕੰਨਾਂ ਦੁਆਰਾ ਪੂਰੇ ਗੁਰੂ ਦੇ ਉਪਦੇਸ਼ ਨੂੰ ਸੁਣਨਾ ਕਰ, ਤੇ ਫਿਰ ਇੱਕ ਦੂਸਰਾ ਕੰਮ ਕਰ, ਕੱਲਾ ਸੁਣੀ ਨਾ। ਕਹਿਣ ਲੱਗੇ ਪਾਰ ਬ੍ਰਹਮ ਨਿਕਟ ਕਰ ਪੇਖ। ਇਹ ਹੁਣ ਦੂਜੀ ਮਰਿਆਦਾ ਹੈ, ਦੂਜੀ ਸਾਧਨਾ ਧਰਮ ਦੀ। ਉਹਨੂੰ ਬਿਲਕੁਲ ਨੇੜੇ ਸਮਝ ਲੈ, ਨਾਲ ਸਮਝ। ਇਸ ਤਰ੍ਹਾਂ ਤੁਰ ਜਿਵੇਂ ਤੇਰੇ ਨਾਲ ਤੁਰ ਰਿਹਾ। ਇਸ ਤਰ੍ਹਾਂ ਤੂੰ ਪ੍ਰਸ਼ਾਦਾ ਛਕ ਜਿਵੇਂ ਤੇਰੀ ਥਾਲੀ ਵਿੱਚ ਦੋ ਮਿੱਤਰ ਇੱਕੋ ਥਾਲੀ ਵਿੱਚ ਖਾਂਦੇ ਨੇ। ਰੱਬ ਨਾਲ ਇੰਨੀ ਸਾਂਝ ਨੇੜਤਾ ਦੀ ਪਾ। ਜੇ ਤੂੰ ਆਪਣਾ ਵਸਤਰ ਪਹਿਨਣਾ ਤੇ ਵੇਖ ਉਹ ਵੀ ਪਹਿਨਦਾ। ਇਹ ਨਜ਼ਦੀਕਤਾ ਹੈ। ਨਜ਼ਦੀਕਤਾ ਤੋਂ ਬਿਨਾਂ ਸੁਣਨਾ ਕੰਮ ਨਹੀਂ ਆਉਂਦਾ, ਖਿਆਲ ਰੱਖ। ਕਿਉਂਕਿ ਇੱਕ ਉਹਦਾ ਨਾਮ ਹੈ, ਇੱਕ ਉਹ ਆਪ ਹੈ। ਖਿਆਲ ਰੱਖ, ਦੋਵੇਂ ਵੱਖਰੇ ਵੀ ਨੇ ਤੇ ਇਕੱਠੇ ਵੀ ਨੇ। ਇਸ ਕਰਕੇ ਧਰਮ ਦਾ ਬਹੁ ਗਿਣਤੀ ਵਿੱਚ ਪਸਾਰ ਇੱਥੇ ਰੁਕ ਜਾਂਦਾ ਹੈ ਕਿ ਉਹਦੇ ਨਾਮ ਦੀ ਧੁਨ ਨੂੰ ਤਾਂ ਸੁਣਦਾ ਰਹਿੰਦਾ ਹੈ,
ਪਰ ਜਿਹਦਾ ਉਹ ਨਾਮ ਹੈ ਉਹਦੀ ਹੋਂਦ ਨੂੰ ਨਹੀਂ ਪਹਿਚਾਣਦਾ ਵੀ ਉਹਦੀ ਇੱਕ ਵੱਖਰੀ ਹੋਂਦ ਹੈ, ਉਹਦੀ ਹਸਤੀ ਹੈ ਤੇ ਮੈਂ ਜਿੱਥੇ ਬੈਠਦਾ ਉਹ ਮੇਰੇ ਨਾਲ ਬੈਠਦਾ ਹੈ, ਉਹ ਮੇਰੀ ਹਰ ਇੱਕ ਗੱਲ ਨੂੰ ਸੁਣਨ ਵਾਲਾ ਹੈ, ਮੇਰੇ ਹਰ ਇੱਕ ਕਰਮ ਨੂੰ ਵੇਖਣ ਵਾਲਾ ਹੈ। ਉਹਨੂੰ ਬਿਲਕੁਲ ਆਪਣੇ ਨਾਲ ਵੇਖ, ਪਾਰ ਬ੍ਰਹਮ ਨਿਕਟ ਕਰ ਪੇਖ। ਤੇ ਫਿਰ ਕਿਸੇ ਨੇ ਇੱਕ ਹੋਰ ਬੇਨਤੀ ਕੀਤੀ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ। ਉਹਨੇ ਕਿਹਾ ਮੇਰੇ ਮਨ ਵਿੱਚੋਂ ਚਿੰਤਾ ਨਹੀਂ ਲੈਂਦੀ, ਮੇਰੇ ਮਨ ਵਿੱਚ ਚਿੰਤਾ ਖਿਆਲ ਇਸ ਤਰ੍ਹਾਂ ਦੇ ਚੱਲਦੇ ਰਹਿੰਦੇ ਨੇ, ਨਿਰੰਤਰ ਚਿੰਤਾ ਦੇ ਖਿਆਲ ਆਉਂਦੇ ਰਹਿੰਦੇ ਨੇ। ਤਾਂ ਸਤਿਗੁਰੂ ਨੇ ਉਸ ਨੂੰ ਇਹਦਾ ਢੰਗ ਦੱਸਿਆ। ਹਜ਼ੂਰ ਕਹਿੰਦੇ ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਜੇ ਤੇਰੇ ਮਨ ਵਿੱਚ ਚਿੰਤਾ ਹੈ, ਇੱਕ ਇੱਕ ਸਵਾਸ ਨਾਮ ਜਪ। ਇਹਦਾ ਮਤਲਬ ਸਿਰਫ ਇਹ ਸੀ ਕਿ ਤੇਰੇ ਨਾਮ ਵਿੱਚ ਗੈਬ ਨਹੀਂ ਪੈਣਾ ਚਾਹੀਦਾ। ਜਦੋਂ ਗੈਬ ਪੈਂਦਾ ਹੈ ਉਦੋਂ ਦੀ ਸ਼ਕਤੀ ਟੁੱਟ ਜਾਂਦੀ। ਖਿਆਲ ਰੱਖੋ, ਜਿਹੜੀ ਚੀਜ਼ ਲਗਾਤਾਰਤਾ ਵਿੱਚ ਘਾਟਾ ਆ ਜਾਏ ਨਾ, ਤੁਸੀਂ ਕਦੀ ਵੇਖੋ ਜੇ ਇੱਕ ਜ਼ਿਮੀਂਦਾਰ ਨੇ ਸਾਧ ਸੰਗਤ ਖੇਤ ਨੂੰ ਪਾਣੀ ਲਾਇਆ, ਥੋੜੀ ਜਿਹੀ ਪਿੱਛੋਂ ਲਾਈਟ ਚਲੀ ਜਾਏ, ਟਿਊਬਵੈੱਲ ਬੰਦ ਹੋ ਜਾਏ ਤੇ ਉਹਨੂੰ ਕਹਿੰਦੇ ਨੇ ਵੀ ਪਾਣੀ ਰੁਕ ਗਿਆ, ਪਰਤ ਕੇ ਫਿਰ ਸ਼ੁਰੂ ਹੁੰਦਾ, ਫਿਰ ਇੰਨੇ ਚਿਰ ਨੂੰ ਲਾਈਟ ਉੱਡ ਗਈ, ਫਿਰ ਉਹਦੇ ਤੇ ਸਮਾਂ ਬਹੁਤ ਖਰਾਬ ਹੋ ਜਾਂਦਾ ਹੈ। ਇਸੇ ਤਰ੍ਹਾਂ ਧਰਮ ਦੇ ਮਾਮਲੇ ਵਿੱਚ ਜਦੋਂ ਨਿਰੰਤਰਤਾ ਨਹੀਂ ਨਾ ਰਹਿੰਦੀ, ਲਗਾਤਾਰਤਾ, ਜਿਵੇਂ ਆਪਾਂ ਹੁਣ ਬੈਠੇ ਹਾਂ, ਹੁਣ ਮਨ ਜੁੜਿਆ ਰਹੇਗਾ ਘੰਟਾ, ਪਰ ਬਾਹਰ ਜਦੋਂ ਅਸੀਂ ਨਿਕਲਦੇ ਹਾਂ ਸਾਡੇ ਕੋਲੋਂ ਪ੍ਰੈਕਟਿਸ ਨਹੀਂ ਕਿ ਬਾਹਰਲੇ ਕਰਮ ਚੱਲੀ ਜਾਣ ਤੇ ਅੰਦਰ ਇੱਕ ਦੁਨੀਆ ਹੋਰ ਵੱਖਰੀ ਬਣ ਜਾਏ, ਉਹ ਸਾਡੇ ਵਿੱਚ ਅਜੇ ਸਮਰੱਥਾ ਨਹੀਂ। ਇਸ ਕਰਕੇ ਜਿਹੜੇ ਗੁਰਮੁਖ ਨੇ ਉਹ ਇਸ ਅਵਸਥਾ ਨੂੰ ਬਣਾਉਣ ਵਾਸਤੇ ਪਹਿਲਾਂ ਇਕੱਠਾ ਸਮਾਂ ਲਾ ਲੈਂਦੇ ਨੇ ਤਾਂ ਕਿ ਉਸ ਦਸ਼ਾ ਨੂੰ ਪ੍ਰਾਪਤ ਕਰ ਲੈਣ। ਆਪਣੇ ਅੰਦਰ ਇੱਕ ਐਸੀ ਥਾਂ ਬਣਾ ਲੈਣ ਜਿਹਦੇ ਵਿੱਚ ਉਹ ਬੋਲਦੇ ਵੀ ਰਹਿਣ, ਕੰਮ ਵੀ ਕਰਦੇ ਰਹਿਣ, ਵਿਚਰਦੇ ਰਹਿਣ, ਪਰ ਉਹਨਾਂ ਦੀ ਅੰਦਰਲੀ ਧੂਣੀ ਕਦੀ ਬੁਝੇ ਨਾ। ਇਹ ਤੇ ਹੁਣ ਆਪਣਾ ਉਪਯੋਗ ਹੈ ਨਾ ਬੰਦੇ ਦਾ। ਆ ਜਿਹੜੇ 4 ਧੂਣੇ ਬਖਸ਼ੇ ਸਨ ਨਾ ਗੁਰੂ ਹਰਗੋਬਿੰਦ ਸਾਹਿਬ ਜੀ, ਭਾਵੇਂ ਕਿ ਸਿੱਖੀ ਵਿੱਚ ਧੂਣੇ ਦਾ ਨਹੀਂ ਸੀ ਕੋਈ ਪ੍ਰਸੰਗ, ਪਰ ਜਦੋਂ 6ਵੇਂ ਪਾਤਸ਼ਾਹ ਦਾ ਵਕਤ ਆਇਆ ਉੱਥੇ 4 ਜਿਹੜੇ ਬਾਬਾ ਸ੍ਰੀ ਚੰਦ ਦੀ ਸੰਪਰਦਾ ਦੇ ਵਿੱਚੋਂ ਭਾਈ ਅਲਮਸਤ ਹੋਰੀ ਸਨ, ਇਹ 4ਾਂ ਨੂੰ ਕਹਿ ਦਿੱਤਾ ਵੀ ਤੁਹਾਡੇ 4 ਧੂਣੇ ਨੇ, 4 ਸੰਪਰਦਾ ਬਣਾ ਦਿੱਤੀ। ਕਈ ਸੱਜਣ ਕਹਿੰਦੇ ਵੀ ਇਹ ਕੋਲੋਂ ਬਣਾਇਆ ਇਤਿਹਾਸ ਹੈ, ਨਹੀਂ। ਤੁਸੀਂ ਅੱਜ ਵੀ ਬਿਹਾਰ ਦੀ ਧਰਤੀ ਤੇ ਜਾਓ, ਉੱਥੇ ਸੈਂਕੜਿਆਂ ਦੀ ਏਕੜ ਦੀ ਗਿਣਤੀ ਵਿੱਚ ਜਿਹੜੀ ਜ਼ਮੀਨ ਹੈ ਅੱਜ ਵੀ ਉਦਾਸੀ ਡੇਰਿਆਂ ਦੇ ਨਾਂ ਤੇ ਹੈ, ਜਿਹੜੀ ਇਸ ਗੱਲ ਦੀ ਖਬਰ ਦਿੰਦੀ ਹੈ ਵੀ ਇਹ ਸੰਪਰਦਾ ਪੁਰਾਣੇ ਤੌਰ ਤੇ ਸਿੱਖੀ ਵਿੱਚ ਕੰਮ ਕਰ ਰਹੀ। ਉਹਨਾਂ ਨੂੰ ਧੂਣੇ ਦਿੱਤੇ ਤੇ ਜਦੋਂ ਕਿਸੇ ਨੇ ਪੁੱਛਿਆ ਮਹਾਰਾਜ ਸਿੱਖੀ ਵਿੱਚ ਧੂਣੇ ਬਣਨ ਲੱਗ ਪਏ ਨੇ, ਇਹ ਤੇ ਸੰਨਿਆਸੀਆਂ ਦਾ ਕੰਮ ਸੀ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਬਾਹਰੋਂ ਨਹੀਂ ਧੂਣਾ ਬਾਲਿਆ, ਅਸਲ ਵਿੱਚ ਧੂਣਾ ਉਹਨੂੰ ਕਹਿੰਦੇ ਨੇ ਜਦੋਂ ਕਿਸੇ ਅੱਗ ਨੂੰ ਲੁਕੋ ਦਿੱਤਾ ਜਾਂਦਾ ਹੈ, ਅੱਗ ਨਹੀਂ ਬਲਦੀ ਪਰ ਉਹਦਾ ਜਿਹੜਾ ਧੂਣਾ ਹੈ ਥੋੜਾ ਥੋੜਾ ਬਾਹਰ ਨਿਕਲਦਾ ਰਹਿੰਦਾ। ਮਹਾਰਾਜ ਮੈਂ ਸਮਝਿਆ ਨਹੀਂ, ਜਿਸ ਨੇ ਪੁੱਛਿਆ ਸੀ ਕਹਿਣ ਲੱਗੇ ਮੈਂ ਸਿੱਖ ਦੇ ਮਨ ਦੇ ਵਿੱਚ ਨਾਮ ਦਾ ਇੱਕ ਹੀਰਾ ਟਿਕਾ ਦਿਆਂਗਾ, ਇੱਕ ਐਸੀ ਉਹਦੇ ਮਨ ਵਿੱਚ ਅਗਨੀ ਬਾਲ ਦਿਆਂਗਾ ਕਿ ਬਾਹਰੋਂ ਲੱਗੇਗਾ ਸੰਸਾਰ ਦੀ ਮਿੱਟੀ ਇਹਦੇ ਉੱਤੇ ਪੈ ਗਈ ਏ, ਸੰਸਾਰ ਵਿੱਚ ਵਿਚਰਦਾ ਰਹੇਗਾ ਪਰ ਉਹਦੇ ਮਨ ਵਿੱਚੋਂ ਸਿਮਰਨ ਦਾ ਧੂਣਾ ਕਦੀ ਬੁਝੇਗਾ ਨਹੀਂ, ਲਗਾਤਾਰ ਬਣਿਆ ਰਹੇਗਾ। ਧੂਣੇ ਦੇ ਅਰਥ ਸਨ ਲਗਾਤਾਰਤਾ, ਜਿਹੜਾ ਕਦੀ ਬੁਝਦਾ ਨਹੀਂ, ਲਗਾਤਾਰ ਬਲੀ ਜਾਂਦਾ ਹੈ ਪਰ ਉਹਦੀਆਂ ਲਾਟਾਂ ਬਾਹਰ ਵੀ ਨਹੀਂ ਨਿਕਲਦੀਆਂ, ਪਰ ਉਹਦੇ ਕੋਲੇ ਦੇ ਵਿੱਚ ਕਦੀ ਬੁੱਝਣਾਪਣ ਵੀ ਨਹੀਂ ਹੁੰਦਾ। ਦੋਵੇਂ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ। ਇਸ ਕਰਕੇ ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਨਿਰੰਤਰ ਉਹਦੀ ਭਗਤੀ ਵਿੱਚ ਜੁੜ, ਸਾਸ ਸਾਸ ਉਹਦਾ ਸਿਮਰਨ ਕਰ, ਤਾਂ ਕਿ ਤੇਰੇ ਮਨ ਦੇ ਵਿੱਚ ਜੋ ਅੰਦਰ ਚਿੰਤਾ ਹੈ ਵਿਚਾਰਾਂ ਦੀ ਉਹ ਖਤਮ ਹੋ ਜਾਏ। ਇਸ ਸਾਰੇ ਹੀ ਅੰਕ ਦੇ ਵਿੱਚ ਪੂਰੇ ਨੂੰ ਪ੍ਰਾਪਤ ਕਰਨ ਦੇ ਜਿਹੜੇ ਨਿਯਮ ਨੇ ਸਤਿਗੁਰੂ ਦਰਸਾ ਰਹੇ ਨੇ। ਹਜ਼ੂਰ ਇੱਕ ਹੋਰ ਬਚਨ ਕਹਿੰਦੇ ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। 2 ਬਚਨ ਹੋਰ ਕਹੇ ਕਿ ਸਾਡੇ ਮਨ ਦੇ ਵਿੱਚ ਐਸੀਆਂ ਆਸ ਦੀਆਂ ਤਰੰਗਾਂ ਉੱਠਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਪੂਰਾ ਕੀਤਾ ਹੀ ਨਹੀਂ ਜਾ ਸਕਦਾ। ਇਸ ਤਰ੍ਹਾਂ ਦੀਆਂ ਤਰੰਗਾਂ ਨੇ। ਹੁਣ ਤੁਸੀਂ ਕਦੀ ਵੇਖੋਗੇ ਇੱਕ ਤੇ ਯੋਗ ਇੱਛਾ ਹੈ ਨਾ, ਯੋਗ ਇੱਛਾ ਉਹਨੂੰ ਕਹਿੰਦੇ। ਯੋਗ ਇੱਛਾ ਦਾ ਮਤਲਬ ਹੈ ਕਿ ਸਰੀਰ ਹੈ ਤੇ ਬੰਦੇ ਨੂੰ ਇੱਛਾ ਕਰਨੀ ਪਏਗੀ ਕਿ ਮੈਨੂੰ ਇੱਕ ਮਕਾਨ ਚਾਹੀਦਾ, ਮੈਨੂੰ ਇੱਕ ਰੋਟੀ ਖਾਣ ਵਾਸਤੇ ਚਾਹੀਦੀ।
ਜਾਂ ਮੇਰਾ ਬੱਚਾ ਉਹਨੂੰ ਸਕੂਲ ਵਿੱਚ ਐਡਮਿਸ਼ਨ ਕਰਾ ਦੇ। ਯੋਗ ਇੱਛਾ ਮਾੜੀ ਨਹੀਂ ਹੈ, ਇਹ ਤ੍ਰਿਸ਼ਨਾ ਹੋਣੀ ਚਾਹੀਦੀ ਬੰਦੇ ਦੇ ਮਨ ਵਿੱਚ। ਇਹ ਯੋਗ ਇੱਛਾ ਹੈ, ਇਹਨੂੰ ਕਹਿੰਦੇ ਨੇ ਆਸ ਅਨਿਤ। ਆਸ ਅਨਿਤ ਦਾ ਮਤਲਬ ਹੈ ਉਹ ਆਸ ਕਰ ਲੈਣੀ ਜਿਹੜੀ 1000 ਸਾਲਾਂ ਵਿੱਚ ਵੀ ਪੂਰੀ ਨਹੀਂ ਹੋ ਸਕਦੀ, ਇੰਨੀ ਤ੍ਰਿਸ਼ਨਾ ਕਰ ਲੈ। ਸਾਡੇ ਮਨ ਵਿੱਚ ਤ੍ਰਿਸ਼ਨਾਵਾਂ ਇੰਨੀਆਂ ਨੇ, ਸਾਡੀ ਉਮਰ ਛੋਟੀ, ਤ੍ਰਿਸ਼ਨਾਵਾਂ ਬਹੁਤ ਜ਼ਿਆਦਾ ਨੇ। ਤੇ ਰੱਬ ਵੀ ਹੁਣ ਤੇ ਦੁਬਦਾ ਵਿੱਚ ਪੈ ਗਿਆ ਵੀ ਕਰਾਂ ਕੀ ਇਹਨਾਂ ਦਾ, ਕਿੰਨੇ ਕੁ ਜਨਮ ਦਿਆਂਗਾ। ਇੰਨੀ ਬੋਝ, ਇੰਨਾ ਇਹਦੇ ਮਨ ਦੇ ਵਿੱਚ ਮੰਗ ਇੰਨੀ ਹੈ, ਮਨੁੱਖ ਚਾਹੁੰਦਾ ਇੰਨਾ ਹੈ, ਉਹਦੀ ਚਾਹ ਤੇ ਇੰਨੀ ਵੱਡੀ ਹੋ ਗਈ ਵੀ ਹੁਣ ਅੱਗੇ ਦੀ ਅੱਗੇ ਵੱਧਦਾ ਤੁਰਿਆ ਜਾਂਦਾ। ਇਸ ਕਰਕੇ ਸਤਿਗੁਰਾਂ ਨੇ ਕਿਹਾ ਜੇ ਤੂੰ ਪੂਰੇ ਨਾਲ ਜੁੜਨਾ ਹੈ ਤੇ ਤਰਤੀਬਵਾਰ ਸਮਝਾ ਦਿੱਤਾ। ਸਭ ਤੋਂ ਪਹਿਲਾਂ ਕਿਹਾ ਪੂਰੇ ਗੁਰੂ ਦਾ ਉਪਦੇਸ਼ ਸੁਣ। ਫਿਰ ਸਤਿਗੁਰੂ ਨੇ ਕਿਹਾ ਰੱਬ ਨੂੰ ਨੇੜੇ ਵੇਖਿਆ ਕਰ, ਇੱਕ ਇੱਕ ਸਵਾਸ ਨਾਲ ਲਗਾਤਾਰ ਉਹਨੂੰ ਯਾਦ ਕਰ, ਤੇਰੇ ਮਨ ਦੀ ਅੰਦਰ ਦੀ ਚਿੰਤਾ ਉਤਰ ਜਾਏਗੀ। ਤੇ ਫਿਰ ਇੱਕ ਹੋਰ ਕੰਮ ਕਰੀ, ਕਹਿੰਦੇ ਮਨ ਦੇ ਵਿੱਚ ਜਿਹੜੀਆਂ ਤਰੰਗਾਂ ਨੇ ਨਾ ਉਹਨਾਂ ਨੂੰ ਤਿਆਗ ਦੇ। ਆਸ ਅਨਿਤ ਤਿਆਗੋ ਤਰੰਗ, ਇੱਛਾ ਦੀਆਂ ਤਰੰਗਾਂ ਜਿਹੜੀਆਂ ਨੇ ਉਹਨਾਂ ਨੂੰ ਤਿਆਗ ਜੋ ਵਿੱਚੋਂ ਨਿਕਲ ਰਹੀਆਂ ਨੇ। ਔਰ ਜੇ ਕਿਸੇ ਨੇ ਦੁੱਖ ਦੀ ਵਿਆਖਿਆ ਜਾਂ ਕਿਸੇ ਨੇ ਪੁੱਛਿਆ ਸੀ, ਜਿਵੇਂ ਇੱਕ ਬੰਦੇ ਦੇ 2 ਨਾਮ ਹੁੰਦੇ ਨੇ, ਤੁਸੀਂ ਵੇਖਿਆ ਹੋਵੇਗਾ 2 ਨਾਮ ਹੁੰਦੇ ਨੇ ਹਰ ਇੱਕ ਆਦਮੀ ਦੇ। ਉਹਨੂੰ ਪੰਜਾਬੀ ਵਿੱਚ ਕਹਿ ਦਿੰਦੇ ਇੱਕ ਸਿੱਧਾ ਨਾਮ, ਇੱਕ ਪੁੱਠਾ ਨਾਮ। ਉਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਸਰ ਨੇਮ। ਇਸ ਤਰ੍ਹਾਂ ਉਹ 2 ਨਾਮ ਹੁੰਦੇ ਨੇ। ਕਿਸੇ ਨੇ ਪੁੱਛਿਆ ਦੁੱਖ ਦਾ ਦੂਜਾ ਨਾਮ ਕੀ ਹੈ, ਪੁੱਠਾ ਨਾਮ ਕੀ ਹੈ? ਤੇ ਰੱਬ ਦੇ ਪਿਆਰਿਆਂ ਨੇ ਕਿਹਾ ਦੁੱਖ ਦਾ ਦੂਜਾ ਨਾਮ ਹੈ ਇੱਛਾ। ਇੱਛਾ ਹੀ ਦੁੱਖ ਹੈ, ਦੁੱਖ ਹੀ ਇੱਛਾ ਹੈ। ਦੋਵੇਂ ਇੱਕੋ ਚੀਜ਼ ਨੇ, ਨਾਮ ਵੱਖਰੇ ਰੱਖੇ ਗਏ। ਇਸ ਕਰਕੇ ਸਤਿਗੁਰੂ ਕਹਿੰਦੇ ਇਸ ਆਸ ਨੂੰ ਵੀ ਤੂੰ, ਤੇਰੀ ਆਸ ਜਿਹੜੀ ਹੈ ਨਾ ਸੀਮਿਤ ਹੋਣੀ ਚਾਹੀਦੀ, ਯਾਨੀ ਕਿ ਯੋਗ ਮਨੁੱਖੀ ਕਾਇਦੇ ਕਾਨੂੰਨ ਦੇ ਅਨੁਸਾਰ ਹੋਣੀ ਚਾਹੀਦੀ। ਇਸ ਇੱਛਾ ਦੀ ਵਧੀ ਹੋਈ ਤਾਕਤ ਨੂੰ ਤੂੰ ਬੰਦ ਕਰ, ਤਿਆਗ ਦੇ। ਤੇ ਨਾਲ ਇੱਕ ਹੋਰ ਬਚਨ ਕੀਤਾ, ਕਹਿੰਦੇ ਸੰਤ ਜਨਾਂ ਕੀ ਧੂਰ ਮਨ ਮੰਗ। ਆਪਣੇ ਮਨ ਵਿੱਚ ਹਮੇਸ਼ਾ ਹੀ ਜਿੱਥੇ ਤੂੰ ਖੁਦ ਸਿਮਰਨ ਕਰਨਾ ਹੈ ਉੱਥੇ ਨਾਮ ਜਪਣ ਵਾਲਿਆਂ ਦੇ ਚਰਨਾਂ ਦੀ ਧੂੜ ਮੰਗਿਆ ਕਰ, ਅਰਦਾਸ ਕਰਿਆ ਕਰ, ਉਹਨਾਂ ਨਾਲ ਮੇਲ ਜੋਲ ਬਣੇ, ਉਹਨਾਂ ਦੇ ਨਾਲ ਸੰਗਤ ਮਿਲੇ ਜਿਹੜੇ ਤੇਰੇ ਚਰਨਾਂ ਨਾਲ ਜੁੜ ਚੁੱਕੇ ਨੇ। ਇਹ ਤੂੰ ਅਰਦਾਸ ਕਰ। ਤੇ ਸਤਿਗੁਰੂ ਕਹਿੰਦੇ ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਮਨੁੱਖ ਦੇ ਜੀਵਨ ਦੇ ਵਿੱਚ ਇੱਕ ਅੱਗ ਦਾ ਸਮੁੰਦਰ ਕਿਸੇ ਵੇਖਿਆ ਨਹੀਂ ਹੋਵੇਗਾ, ਕਿਸੇ ਅੱਜ ਤੱਕ ਤੱਕਿਆ ਨਹੀਂ ਹੋਵੇਗਾ। ਗੁਰਬਾਣੀ ਇਹ ਕਹਿ ਰਹੀ ਹੈ ਸਾਡੇ ਸਰੀਰ ਵਿੱਚ ਅਗਨੀ ਦਾ ਇੱਕ ਸਮੁੰਦਰ ਹੈ। ਇਸ ਪਾਸੇ ਅਸੀਂ ਹਾਂ ਤੇ ਦੂਸਰੇ ਪਾਸੇ ਪਾਰਲੇ ਕੰਢੇ ਤੇ ਪਾਰ ਬ੍ਰਹਮ ਰਹਿੰਦਾ। ਦੋਵਾਂ ਦੇ ਵਿੱਚ ਇੱਕ ਅੱਗ ਦਾ ਸਰੋਵਰ ਹੈ। ਤਿਤ ਸਰਵਰੜੈ ਭਇਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ। ਉੱਥੇ ਅੱਗ ਬਲਦੀ ਹੈ। ਇੱਥੇ ਕਹਿ ਰਹੇ ਨੇ ਸਤਿਗੁਰੂ ਸਾਧ ਸੰਗ ਅਗਨ ਸਾਗਰ ਤਰੋ। ਇੱਕ ਪਾਸੇ ਅਸੀਂ ਹਾਂ, ਉਹਦੇ ਵਿਚਕਾਰ ਇੱਕ ਅੱਗ ਹੈ ਤੇ ਅਗਲੇ ਪਾਸੇ ਪਰਮਾਤਮਾ ਹੈ। ਤੇ ਜਦੋਂ ਕਿ ਉਹਦੇ ਨਾਮ ਨਾਲ ਜੁੜਦਾ ਤੇ ਰਸਤੇ ਵਿੱਚ ਅੱਗ ਆਉਂਦੀ। ਖਿਆਲ ਕਰੋ, ਅੱਗ ਦੇ ਅਰਥ ਨੇ ਤ੍ਰਿਸ਼ਨਾ, ਅੱਗ ਦੇ ਅਰਥ ਨੇ ਮਾਇਆ। ਜਿੰਨੇ ਵੀ ਤੁਰਨਾ ਹੈ ਅਗਨੀ ਰਸਤੇ ਵਿੱਚ ਆਏਗੀ। ਤੁਰੇ ਹੋਏ ਦੀ ਨਿਸ਼ਾਨੀ ਇਹ ਹੈ ਵੀ ਅਗਨੀ ਰਾਹ ਵਿੱਚ ਆ ਗਈ, ਮਾਇਆ ਵਾਪਰਨ ਲੱਗ ਪਈ ਰਾਹ। ਕਿਸੇ ਤਰੀਕੇ ਨਾਲ ਕੋਈ ਨਾ ਕੋਈ ਤਰੀਕਾ, ਜਾਂ ਦੁੱਖ ਵੱਧ ਜਾਏਗਾ ਜਾਂ ਸੁੱਖ ਵਧੇਗਾ। ਤੁਸੀਂ ਧਰਮ ਦੇ ਖੇਤਰ ਵਿੱਚ ਧਿਆਨ ਦੇ ਕੇ ਵੇਖੋ, ਸੁੱਖ ਵੀ ਵੱਧ ਸਕਦਾ, ਉਹ ਵੀ ਅਗਨ ਹੈ। ਦੁੱਖ ਵੀ ਵੱਧ ਸਕਦਾ, ਉਹ ਵੀ ਅਗਨ ਹੈ। ਧਨ ਵੱਧ ਵੀ ਸਕਦਾ ਹੈ, ਉਹ ਵੀ ਅਗਨੀ ਦਾ ਰੂਪ ਹੈ। ਧਨ ਘਟ ਵੀ ਸਕਦਾ ਹੈ। ਇੱਜ਼ਤ ਵੱਧ ਵੀ ਸਕਦੀ ਬਹੁਤ ਜ਼ਿਆਦੀ, ਕਿਉਂਕਿ ਉਸ ਅੱਗ ਦਾ ਕੰਮ ਇਹ ਹੈ ਵੀ ਉਸਨੇ ਬੰਦੇ ਦੇ ਮਨ ਨੂੰ ਨੀਂਦ ਵਿੱਚ ਲੈ ਕੇ ਜਾਣਾ, ਨੀਂਦ ਵਿੱਚ ਲੈ ਕੇ ਜਾਣਾ, ਸੋਹਣਾ ਹੈ, ਉਸਨੂੰ ਰੋਕਣਾ ਹੈ। ਉਹਦੀ ਖੇਡ ਹੈ ਇਸ ਤਰ੍ਹਾਂ ਦੀ। ਇਹ ਰਸਤੇ ਦੇ ਵਿੱਚ ਜਿੰਨੀ ਤਰ੍ਹਾਂ ਦੇ ਅਵਗੁਣ ਨੇ, ਇਹਨਾਂ ਦਾ ਇੱਕ ਅੱਗ ਦਾ ਮੁਜੱਸਮਾ ਹੈ, ਨਦੀ ਹੈ, ਤੇ ਉਹਨੂੰ ਹੋਰ ਕਿਸੇ ਤਰੀਕੇ ਨਾਲ ਪਾਰ ਨਹੀਂ ਕੀਤਾ ਜਾ ਸਕਦਾ। ਉਹਦੇ ਤਰੀਕੇ ਪਾਰ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਸਾਧ ਸੰਗ ਅਗਨ ਸਾਗਰ ਤਰੋ। ਪੂਰੇ ਗੁਰੂ ਦੀ ਔਰ ਗੁਰਮੁਖਾਂ ਦੀ ਸੰਗਤ ਪ੍ਰਾਪਤ ਕਰਕੇ ਹੀ ਤੂੰ ਉਸ ਸਮੁੰਦਰ ਨੂੰ, ਜੋ ਵਿਕਾਰਾਂ ਦਾ ਸਮੁੰਦਰ ਅੰਦਰ ਠਾਠਾਂ ਮਾਰ ਰਿਹਾ ਹੈ, ਉਹਨੂੰ ਤਰਿਆ ਜਾ ਸਕਦਾ ਹੈ। ਇਸ ਕਰਕੇ ਕਹਿੰਦੇ ਆਪ ਛੋੜ ਬੇਨਤੀ ਕਰੋ।
ਸਾਧ ਸੰਗ ਅਗਨ ਸਾਗਰ ਤਰੋ। ਔਰ ਇਹ ਸਿਧਾਂਤ ਬੇੜੀ ਵਿੱਚ ਬਹਿਣ ਦਾ ਬਹੁਤ ਯਕੀਨੀ ਹੈ ਕਿ ਬੇੜੀ ਵਿੱਚ ਸਫ਼ਰ ਕਰਨ ਵਾਲਾ ਆਪ ਤਰਨ ਦਾ ਯਤਨ ਨਾ ਕਰੇ। ਬਹੁਤ ਵੱਡਾ ਸਿਧਾਂਤ, ਤੁਸੀਂ ਧਿਆਨ ਦਿਓ। ਬੇੜੀ ਵਿੱਚ ਜਿੰਨੇ ਬਹਿਣਾ ਹੈ, ਜਿਵੇਂ ਸਤਿਗੁਰੂ ਕਹਿੰਦੇ ਨਾ ਵੀ ਗੁਰੂ ਬੇੜੀ ਹੈ, ਸਾਧ ਸੰਗਤ ਬੇੜੀ ਹੈ। ਬੇੜੀ ਦਾ ਸਿਧਾਂਤ ਇਹ ਹੈ ਵੀ ਉਹ ਬੇੜੀ ਵਿੱਚ ਆਰਾਮ ਨਾਲ ਬੈਠ ਜਾਏ, ਮਤ ਯਤਨ ਕਰੇ ਬੇੜੀ ਤੋਂ ਬਾਹਰ ਜਾ ਕੇ ਮੈਂ ਤਰਾਂ ਖੁਦ, ਮੈਂ ਆਪਣਾ ਉਪਰਾਲਾ ਆਪ ਕਰ ਲਵਾਂ। ਅਸੀਂ ਇੱਥੇ ਉਲਝ ਜਾਂਦੇ। ਅਸੀਂ ਗੁਰੂ ਰੂਪੀ ਬੇੜੀ ਵਿੱਚ ਬੈਠਣ ਦੀ ਜਾਚ ਨਹੀਂ ਸਿੱਖਦੇ, ਸਿਰਫ ਉੱਥੇ ਬਹਿਣਾ ਹੈ, ਬਸ ਇਹੀ ਉਹਦੀ ਘਾਲਣਾ ਹੈ। ਔਰ ਬੈਠਣ ਦੀ ਘਾਲਣਾ ਸਭ ਤੋਂ ਵੱਡੀ ਹੈ, ਕੰਮ ਕਰਨ ਦੀ ਘਾਲਣਾ ਬਹੁਤ ਛੋਟੀ ਹੈ। ਤੁਸੀਂ ਕਿਸੇ ਆਦਮੀ ਨੂੰ ਕਹਿ ਦਿਓ ਵੀ ਤੂੰ 2 ਘੰਟੇ ਬਾਹਰ ਕੰਮ ਕਰਨਾ ਕਰੇਗਾ, 2 ਘੰਟੇ ਮਾਂਜਾ ਫੇਰਨਾ, ਕਿ ਭਾਂਡੇ ਫੇਰਨੇ ਨੇ, ਕਿ ਪ੍ਰਸ਼ਾਦੇ ਵਰਤਾਉਣੇ ਨੇ, ਕਿ ਪਾਠ ਕਰਨਾ, ਉਹ ਇੱਕ ਕਰਮ ਵਿੱਚ ਆਉਂਦਾ। ਪਰ ਤੁਸੀਂ ਕਿਸੇ ਵਿਅਕਤੀ ਨੂੰ ਕਹੋ ਵੀ ਤੂੰ 2 ਘੰਟੇ ਕੁਝ ਨਹੀਂ ਕਰਨਾ, ਬੈਠਣਾ ਸਿਰਫ, ਉਹ ਬੈਠਣਾ ਬਹੁਤ ਔਖਾ ਹੋ ਜਾਏਗਾ। ਸਭ ਤੋਂ ਔਖਾ ਬੈਠਣ ਦਾ ਮਤਲਬ। ਪਰ ਬੇੜੀ ਵਿੱਚ ਚੜ੍ਹ ਕੇ ਤਰਨ ਦਾ ਸਿਧਾਂਤ ਇੱਕ ਹੈ ਕਿ ਉਹ ਬੇੜੀ ਨਾ ਛੱਡੇ, ਵਿੱਚ ਬੈਠ ਜਾਏ। ਇਹ ਉਹਦੀ ਸਾਧਨਾ ਹੈ। ਜੇ ਉਹਨੇ ਸੋਚਿਆ ਮੈਂ ਖੁਦ ਉਤਰ ਕੇ ਤਰਾਂਗਾ, ਉਹ ਡੁੱਬ ਜਾਏਗਾ ਜੀਵਨ ਦੇ ਵਿੱਚ। ਇਸ ਕਰਕੇ ਵਿਸ਼ਵਾਸ ਕਿਹਨੂੰ ਕਹਿੰਦੇ ਨੇ? ਬੇੜੀ ਦੇ ਵਿੱਚ ਬਹਿਣਾ। ਬੇੜੀ ਦੇ ਵਿੱਚ, ਜਿਵੇਂ ਕਿ ਭਗਤ ਜੀ ਦਾ ਸ਼ਬਦ ਆਉਂਦਾ ਹੈ, ਜਿਹਦੇ ਵਿੱਚ ਉਹ ਕਹਿੰਦੇ ਨੇ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਮੈਂ ਅਜਾਨ ਜਨ ਤਰਬੇ ਨਾ ਜਾਣੋ, ਮੋਕੋ ਬਾਂਹ ਦੇ ਬਾਪ ਬੀਠਲਾ। ਬੇੜੀ ਦਾ ਸਿਧਾਂਤ ਇਹ ਹੈ ਵੀ ਉਹ ਬੇੜੀ ਵਿੱਚ ਆਰਾਮ ਨਾਲ ਬੈਠ ਜਾਏ, ਮਤ ਯਤਨ ਕਰੇ ਬੇੜੀ ਤੋਂ ਬਾਹਰ ਜਾ ਕੇ ਮੈਂ ਤਰਾਂ ਖੁਦ, ਮੈਂ ਆਪਣਾ ਉਪਰਾਲਾ ਆਪ ਕਰ ਲਵਾਂ। ਅਸੀਂ ਇੱਥੇ ਉਲਝ ਜਾਂਦੇ। ਅਸੀਂ ਗੁਰੂ ਰੂਪੀ ਬੇੜੀ ਵਿੱਚ ਬੈਠਣ ਦੀ ਜਾਚ ਨਹੀਂ ਸਿੱਖਦੇ, ਸਿਰਫ ਉੱਥੇ ਬਹਿਣਾ ਹੈ, ਬਸ ਇਹੀ ਉਹਦੀ ਘਾਲਣਾ ਹੈ। ਔਰ ਬੈਠਣ ਦੀ ਘਾਲਣਾ ਸਭ ਤੋਂ ਵੱਡੀ ਹੈ, ਕੰਮ ਕਰਨ ਦੀ ਘਾਲਣਾ ਬਹੁਤ ਛੋਟੀ। ਤੁਸੀਂ ਕਿਸੇ ਆਦਮੀ ਨੂੰ ਕਹਿ ਦਿਓ ਵੀ ਤੂੰ 2 ਘੰਟੇ ਬਾਹਰ ਕੰਮ ਕਰਨਾ ਕਰੇਗਾ, 2 ਘੰਟੇ ਮਾਂਜਾ ਫੇਰਨਾ, ਕਿ ਭਾਂਡੇ ਫੇਰਨੇ ਨੇ, ਕਿ ਪ੍ਰਸ਼ਾਦੇ ਵਰਤਾਉਣੇ ਨੇ, ਕਿ ਪਾਠ ਕਰਨਾ, ਉਹ ਇੱਕ ਕਰਮ ਵਿੱਚ ਆਉਂਦਾ। ਪਰ ਤੁਸੀਂ ਕਿਸੇ ਵਿਅਕਤੀ ਨੂੰ ਕਹੋ ਵੀ ਤੂੰ 2 ਘੰਟੇ ਕੁਝ ਨਹੀਂ ਕਰਨਾ, ਬੈਠਣਾ ਸਿਰਫ, ਉਹ ਬੈਠਣਾ ਬਹੁਤ ਔਖਾ ਹੋ ਜਾਏਗਾ। ਸਭ ਤੋਂ ਔਖਾ ਬੈਠਣ ਦਾ ਮਤਲਬ। ਪਰ ਬੇੜੀ ਵਿੱਚ ਚੜ੍ਹ ਕੇ ਤਰਨ ਦਾ ਸਿਧਾਂਤ ਇੱਕ ਹੈ ਕਿ ਉਹ ਬੇੜੀ ਨਾ ਛੱਡੇ, ਵਿੱਚ ਬੈਠ ਜਾਏ। ਇਹ ਉਹਦੀ ਸਾਧਨਾ ਹੈ। ਜੇ ਉਹਨੇ ਸੋਚਿਆ ਮੈਂ ਖੁਦ ਉਤਰ ਕੇ ਤਰਾਂਗਾ, ਉਹ ਡੁੱਬ ਜਾਏਗਾ ਜੀਵਨ ਦੇ ਵਿੱਚ। ਇਸ ਕਰਕੇ ਵਿਸ਼ਵਾਸ ਕਿਹਨੂੰ ਕਹਿੰਦੇ ਨੇ? ਬੇੜੀ ਦੇ ਵਿੱਚ ਬਹਿਣਾ। ਬੇੜੀ ਦੇ ਵਿੱਚ, ਜਿਵੇਂ ਕਿ ਭਗਤ ਜੀ ਦਾ ਸ਼ਬਦ ਆਉਂਦਾ ਹੈ, ਜਿਹਦੇ ਵਿੱਚ ਉਹ ਕਹਿੰਦੇ ਨੇ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਮੈਂ ਅਜਾਨ ਜਨ ਤਰਬੇ ਨਾ ਜਾਣੋ, ਮੋਕੋ ਬਾਂਹ ਦੇ ਬਾਪ ਬੀਠਲਾ। ਇਹ ਸ਼ਬਦ ਉਹਨਾਂ ਨੇ ਕਿਰਤ ਤੋਂ ਸਾਹਮਣੇ ਵਰਤਿਆ ਵੇਖ ਕੇ ਉਚਾਰਿਆ, ਕਿਉਂਕਿ ਉਹਨਾਂ ਦਿਨਾਂ ਵਿੱਚ ਉੱਥੇ ਜਦੋਂ ਨਦੀ ਵਿੱਚੋਂ ਪਾਰ ਲੰਘਦੇ ਸਨ ਤੇ ਪੁਲ ਨਹੀਂ ਸਨ ਹੁੰਦੇ, ਕਿਤੇ ਕਿਤੇ ਬੇੜੀਆਂ ਦਾ ਪ੍ਰਬੰਧ ਹੈ ਸੀ, ਕਿਤੇ ਤੁਲਹਾ ਹੁੰਦਾ ਸੀ, ਤੇ ਕਈ ਥਾਂ ਐਸੇ ਸਨ ਨਦੀਆਂ ਦੇ ਵਿੱਚ ਜਿੱਥੇ ਨਾ ਬੇੜੀ ਨਾ ਤੁਲਹਾ, ਉੱਥੇ ਤੁਰ ਕੇ ਲੰਘਣਾ ਪੈਂਦਾ ਸੀ। ਉੱਥੇ ਕੀ ਵਾਪਰਦਾ ਸੀ? ਜੇ ਪਾਰ ਜਾਣਾ ਦਵਾਈ ਦਾਰੂ ਲੈਣ ਵਾਸਤੇ ਕਿਸੇ ਬੱਚੇ ਵਾਸਤੇ, ਤੇ ਬਾਪ ਨੇ ਉਹਨੂੰ ਨਾਲ ਲੈ ਜਾਣਾ, ਪਰ ਹੁਣ ਬੱਚਾ ਤਰ ਥੋੜੀ ਸਕਦਾ, ਛੋਟਾ ਹੈ, ਪਰ ਬਾਪ ਜਿਹੜਾ ਤੁਰ ਕੇ ਲੰਘਦਾ ਉਸ ਨਦੀ ਵਿੱਚ, ਤੇ ਜਦੋਂ ਤੁਰ ਕੇ ਲੰਘਣ ਲੱਗਦਾ ਤੇ ਆਪਣੇ ਬੱਚੇ ਨੂੰ ਕੰਧੇ ਤੇ ਬਿਠਾ ਲੈਂਦਾ, ਉਹਨੂੰ ਕਹਿੰਦਾ ਵੀ ਸੱਜਣਾ ਤੂੰ ਇੱਕ ਕੰਮ ਕਰੀ, ਹੁਣ ਤੂੰ ਮੇਰੇ ਸਿਰ ਨੂੰ ਘੁੱਟ ਕੇ ਹੱਥ ਪਾ ਲੈ, ਤੂੰ ਤਰੀ ਨਾ, ਜੇ ਤੂੰ ਤਰਨ ਦੀ ਕੋਸ਼ਿਸ਼ ਕੀਤੀ, ਜੇ ਤੂੰ ਮੈਨੂੰ ਛੱਡਿਆ ਤੇ ਡੁੱਬ ਜਾਏਗਾ। ਇਸੇ ਤਰ੍ਹਾਂ ਇਸ ਜੀਵਨ ਦੇ ਵਿੱਚ ਜਿਹੜਾ ਸਾਡੇ, ਜਿਹਨੂੰ ਸਤਿਗੁਰੂ ਕਹਿੰਦੇ ਅਗਨ ਸਾਗਰ, ਇਸ ਸਮੁੰਦਰ ਵਿੱਚੋਂ ਜਿੱਥੋਂ ਅਸੀਂ ਲੰਘਣਾ ਹੈ, ਉੱਥੇ ਇੰਨੀ ਤੇਜ਼ ਅੱਗ ਪੈ ਰਹੀ ਹੈ। ਜੇ ਅਸੀਂ ਸੋਚਿਆ ਨਾ ਵੀ ਆਪ ਲੰਘ ਜਾਾਂਗੇ, ਨਹੀਂ, ਉਸ ਥਾਂ ਤੇ ਸਿਰਫ ਇੱਕੋ ਚੀਜ਼ ਹੈ, ਗੁਰੂ ਦੇ ਚਰਨ ਘੁੱਟ ਕੇ ਫੜ ਲੈ, ਤੇ ਗੁਰੂ ਨੇ ਵਿੱਚੋਂ ਲੰਘਣਾ ਤੇ ਨਾਲ ਸਿੱਖ ਨੂੰ ਵੀ ਕੱਢ ਦੇਣਾ, ਨਾਲ ਆਪ ਨਹੀਂ ਸਿੱਖ ਜਾ ਸਕਦਾ। ਇਸ ਕਰਕੇ ਕਹਿੰਦੇ ਸਾਧ ਸੰਗ ਅਗਨ ਸਾਗਰ ਤਰੋ। ਇਸ ਤਰੀਕੇ ਦੇ ਨਾਲ ਹਜ਼ੂਰ ਕਹਿੰਦੇ ਹਰ ਧਨ ਕੇ ਭਰ ਲਿਹੋ ਭੰਡਾਰ,
ਜਿਹੜੇ ਲੋਕ ਇਸ ਰਾਹ ਤੇ ਤੁਰਦੇ ਨੇ ਉਹਨਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦੇ ਧਨ ਦਾ ਖਜ਼ਾਨਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਉਹ ਧਨਵੰਤ ਹੋ ਜਾਂਦੇ ਨੇ, ਭਾਗਟ ਹੋ ਜਾਂਦੇ ਨੇ। ਜਿਹੜਾ ਕੰਮ ਅਸੀਂ ਕਰਨੇ ਆ ਉਸ ਕਾਰਜ ਦਾ ਖਜ਼ਾਨਾ ਜ਼ਰੂਰ ਸਾਡੇ ਜੀਵਨ ਵਿੱਚ ਜਮ੍ਹਾਂ ਹੁੰਦਾ ਹੈ, ਅੰਦਰ ਇਕੱਠਾ ਹੋ ਜਾਂਦਾ। ਫਿਰ ਉਸ ਚੀਜ਼ ਬਾਰੇ ਅਸੀਂ ਅਮੀਰ ਹੋ ਜਾਂਦੇ ਹਾਂ। ਕਹਿੰਦੇ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਤੁਸੀਂ ਆਪਣੇ ਕੋਲ ਇਕੱਠਾ ਕਰ ਲਓ ਤੇ ਇਸ ਤਰੀਕੇ ਦੇ ਨਾਲ ਨਾਨਕ ਗੁਰ ਪੂਰੇ ਨਮਸਕਾਰ, ਪੂਰੇ ਗੁਰੂ ਨੂੰ ਨਮਸਕਾਰ ਕਰਕੇ ਕਹਿੰਦੇ ਨਾਮ ਦਾ ਖਜ਼ਾਨਾ ਆਪਣੇ ਜੀਵਨ ਵਿੱਚ ਇਕੱਠਾ ਕਰੋ। ਜਿਸ ਮਨੁੱਖ ਨੇ ਇਸ ਅੰਕ ਦੇ ਅਨੁਸਾਰ ਕੰਮ ਕੀਤਾ, ਖਿਆਲ ਰੱਖਣਾ, ਕਿਉਂਕਿ ਇਹ ਕੰਮ ਕਰਨ ਦੀਆਂ ਵਿਧੀਆਂ ਨੇ। ਯਾਦ ਰੱਖਣਾ, ਧਰਮ ਇੱਕ ਕੰਮ ਹੈ। ਮੈਂ ਪਹਿਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ, ਬਿਲਕੁਲ ਤਰਤੀਬਵਾਰ ਕਾਰਜ ਹੈ। ਜਿਸ ਨੂੰ ਨਾ ਸਮਝਿਆ ਗਿਆ ਤੇ ਫਿਰ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ। ਇੱਕ ਕਾਰਜ ਸਾਜਨ ਸੰਤ ਕਰੋ, ਇਹ ਕੰਮ ਹੈ। ਬਿਲਕੁਲ ਤਰਤੀਬਵਾਰ ਕੰਮ ਕਰਨਾ ਪਏਗਾ। ਜਦੋਂ ਇਸ ਉੱਪਰ ਵਾਲੇ ਜੋ ਆਪਾਂ ਹੁਣੇ ਵਿਚਾਰਿਆ, ਇਹਨਾਂ ਕਾਰਜ ਵਿਧੀਆਂ ਦੇ ਵਿੱਚੋਂ ਦੀ ਆਪਾਂ ਗੁਜ਼ਰੇ ਤਾਂ ਨਿਸ਼ਚਿਤ ਹੀ ਉਹਦੇ ਸਿੱਟੇ ਸਾਡੇ ਸਾਹਮਣੇ ਆਉਣਗੇ ਔਰ ਉਹਦੇ ਸਿੱਟੇ ਰਿਜ਼ਲਟ ਸਾਨੂੰ ਸਾਫ਼ ਦੱਸਣਗੇ ਕਿ ਤੁਸੀਂ ਇਹਨਾਂ ਸਾਰੀਆਂ ਕਾਰਜ ਵਿਧੀਆਂ ਦੇ ਵਿੱਚੋਂ ਪਾਰ ਨਿਕਲ ਚੁੱਕੇ ਹੋ। ਤੇ ਜੇ ਨਹੀਂ ਆਇਆ, ਇਹਦਾ ਮਤਲਬ ਅਸੀਂ ਅਜੇ ਫੇਲ ਹਾਂ, ਵਿੱਚ ਕੰਮ ਕਰਨ ਵਾਲਾ ਰਹਿੰਦਾ। ਜੇ ਇਹ ਚੀਜ਼ਾਂ ਨਹੀਂ ਪੈਦਾ ਹੋਈਆਂ ਜੋ ਅੱਗੇ ਕਹੀਆਂ ਜਾਣਗੀਆਂ, ਜੇ ਉੱਥੋਂ ਤੱਕ ਹੱਥ ਨਹੀਂ ਪਿਆ, ਇਹਦਾ ਮਤਲਬ ਸਾਫ਼ ਹੈ ਕਿ ਆਪਾਂ ਅਜੇ ਉੱਥੇ ਪੂਰੀ ਤਰ੍ਹਾਂ ਕਲੀਅਰ ਨਹੀਂ ਕਰ ਸਕੇ ਉਹਨਾਂ ਸਾਰੇ ਲੈਸਨ। ਤਾਂ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਪੂਰੇ ਗੁਰੂ ਦੇ ਉਪਦੇਸ਼ ਨੂੰ ਸੁਣ ਲਿਆ, ਕਮਾ ਲਿਆ, ਜੋ ਕੁਝ ਕਿਹਾ ਗਿਆ ਕੀਤਾ, ਫਿਰ ਉਹਨਾਂ ਨੂੰ ਪ੍ਰਾਪਤੀ ਕੀ ਹੋਈ? ਹਜ਼ੂਰ ਕਹਿੰਦੇ ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਇਸ ਤਰ੍ਹਾਂ ਖੇਮ ਦਾ ਅਰਥ ਹੈ ਸਦੀਵੀ ਸੁਖ, ਜਿਹਦੇ ਵਿੱਚ ਕਮੀ ਨਹੀਂ ਆਉਂਦੀ, ਜਿਹਦਾ ਕੋਈ ਸਮਾਂ ਫਿਕਸ ਨਹੀਂ ਕੀਤਾ ਗਿਆ, ਜੋ ਅਵਕਤੀ ਹੈ, ਵਕਤ ਤੋਂ ਪਾਰ ਚਲਾ ਜਾਂਦਾ। ਉਹ ਸੁਖ ਖੇਮ ਕੁਸ਼ਲ, ਕੁਸ਼ਲ ਦਾ ਅਰਥ ਹੈ ਚੜ੍ਹਦੀ ਕਲਾ। ਉਹ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣ ਲੱਗ ਪੈਂਦੇ ਔਰ ਕੁਸ਼ਲਤਾ ਉਹਨਾਂ ਵਿੱਚ ਆ ਗਈ, ਹਰ ਪ੍ਰਕਾਰ ਦੀ ਕੁਸ਼ਲਤਾ। ਇਹ ਨਹੀਂ ਵੀ ਧਾਰਮਿਕ ਕੁਸ਼ਲਤਾ, ਧਾਰਮਿਕ ਵਿਅਕਤੀ ਦੇ ਅੰਦਰ ਦੀਆਂ ਜਿੰਨੀਆਂ ਸ਼ਕਤੀਆਂ ਨੇ ਉਹ ਤੇਜ਼ੀ ਪਕੜ ਜਾਂਦੀਆਂ ਨੇ, ਬੜੀ ਤੇਜ਼ੀ ਉਹਨਾਂ ਵਿੱਚ ਆ ਜਾਂਦੀ। ਇਸ ਤਰ੍ਹਾਂ ਕਹਿੰਦੇ ਖੇਮ ਕੁਸ਼ਲ, ਪਰ ਸਹਿਜ, ਉਹ ਸਹਿਜ ਵਿੱਚ ਰਹਿੰਦੇ ਨੇ, ਟਿਕਾਅ ਵਿੱਚ ਰਹਿੰਦੇ, ਸਹਿਜ ਆਨੰਦ। ਦਿਨ ਰਾਤ ਇੱਕ ਆਨੰਦ ਦੀ ਦਸ਼ਾ ਵਿੱਚ ਉਹਨਾਂ ਦਾ ਅੰਦਰ ਓਤ-ਪੋਤ ਰਹਿੰਦਾ ਹੈ। ਹਜ਼ੂਰ ਕਹਿੰਦੇ ਸਾਧ ਸੰਗ ਭਜ ਪਰਮਾਨੰਦ। ਸਾਧੂਆਂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਉਹ ਪਰਮਾਨੰਦ ਅਕਾਲ ਪੁਰਖ ਨੂੰ ਭਜਦੇ ਨੇ, ਭਾਵ ਉਹਨੂੰ ਯਾਦ ਕਰਦੇ ਨੇ, ਉਹਦਾ ਸਿਮਰਨ ਕਰਦੇ ਨੇ। ਹਜ਼ੂਰ ਕਹਿੰਦੇ ਨਰਕ ਨਿਵਾਰ ਉਧਾਰ ਹੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਜਿਵੇਂ ਕਿ ਪਿਛਲੀਆਂ ਅਸ਼ਟਪਦੀਆਂ ਵਿੱਚ ਵਿਚਾਰਿਆ ਗਿਆ ਸੀ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਉਹਦਾ ਜ਼ਿਕਰ ਕਰ ਰਿਹਾ, ਜੇ ਤੁਸੀਂ ਨਰਕ ਵਿੱਚੋਂ ਨਿਕਲਣਾ ਹੈ, ਨਰਕ ਨੂੰ ਨਿਵਾਰਨਾ ਹੈ, ਨਰਕ ਤੋਂ ਬਾਹਰ ਆਉਣਾ ਹੈ। ਨਰਕ ਦਾ ਮਤਲਬ ਜੋ ਸਾਡੇ ਜੀਵਨ ਦੇ ਅਨੁਕੂਲ ਨਹੀਂ, ਜਿਹਦੇ ਨਾਲ ਸਾਡੇ ਜੀਵਨ ਵਿੱਚ ਚਿੰਤਾ ਵਾਪਰਦੀ ਹੈ, ਗਮ ਆਉਂਦਾ ਹੈ, ਦੁੱਖ ਆਉਂਦਾ ਹੈ, ਬੇਚੈਨੀ ਪੈਦਾ ਹੁੰਦੀ, ਉਹ ਦਸ਼ਾ ਜਿਹੜੀਆਂ ਉਹਨੂੰ ਨਰਕ ਕਿਹਾ ਗਿਆ ਹੈ। ਜਿਨ੍ਹਾਂ ਨੇ ਨਰਕ ਨੂੰ ਨਿਵਾਰਨਾ ਹੈ, ਯਾਨੀ ਕਿ ਉਹਦੇ ਵਿੱਚੋਂ ਉਭਰਨਾ, ਉੱਚੇ ਆਉਣਾ ਔਰ ਆਪਣੇ ਜੀਵਨ ਦਾ ਉਧਾਰ ਕਰਨਾ, ਉਹ ਗੋਬਿੰਦ ਦੇ ਗੁਣ ਗਾਏ, ਉਹਦੀ ਉਸਤਤ ਕਰੇ ਤੇ ਅੰਮ੍ਰਿਤ ਰਸ ਨੂੰ ਪੀ ਲਵੇ। ਅੰਮ੍ਰਿਤ ਰਸ ਪੀਣ ਤੋਂ ਬਿਨਾਂ ਕਦੀ ਵੀ ਨਰਕ ਵਿੱਚੋਂ ਨਿਕਲਣਾ ਸੰਭਵ ਨਹੀਂ ਹੈ। ਇਸ ਕਰਕੇ ਕਹਿੰਦੇ ਗੁਣ ਗਾਇਨ ਕਰਨ ਦੁਆਰਾ ਇਸ ਦੇਹ ਵਿੱਚ ਲੁਕੇ ਹੋਏ ਅੰਮ੍ਰਿਤ ਨੂੰ ਗੁਰੂ ਦੀ ਕਿਰਪਾ ਦੁਆਰਾ ਜਿਨ੍ਹਾਂ ਨੇ ਪੀਤਾ, ਉਹਨਾਂ ਦੇ ਕਹਿੰਦੇ ਜੀਵਨ ਦਾ ਉਧਾਰ ਹੋ ਗਿਆ ਤੇ ਨਰਕ ਨਿਵਾਰਿਆ ਗਿਆ। ਹਜ਼ੂਰ ਕਹਿੰਦੇ ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾਂ ਕੇ ਰੰਗ ਅਨੇਕ। ਚਿਤ ਮਨ ਦੀ ਉਹ ਦਸ਼ਾ ਹੈ ਜਿਹੜੀ ਜਿੰਨਾ ਚਿਰ ਮਨੁੱਖ ਜਾਗਦਾ ਹੈ ਇਹ ਬੰਦ ਨਹੀਂ ਹੋ ਸਕਦੀ।
ਚਿੱਤ ਜਿਹੜਾ ਹੈ ਨਾ, ਮਨ ਨੂੰ ਕਈ ਨਾਮ ਦਿੱਤੇ ਗਏ ਨੇ, ਚਿੱਤ, ਚੇਤਾ, ਅੰਤਿਸ਼ਕਰਨ, ਮਨ, ਬੁੱਧ, ਕਈ ਨਾਮ ਦਿੱਤੇ ਗਏ ਨੇ। ਸੁਰਤ ਕਿਹਾ ਗਿਆ। ਚੇਤਾ ਉਹ ਚੀਜ਼ ਹੈ ਕਿ ਮਨ ਦਾ ਉਹ ਹਿੱਸਾ ਜਿਹੜਾ ਕਦੀ ਰੁਕੇ ਨਾ, ਜੋ ਲਗਾਤਾਰ ਕੁਝ ਨਾ ਕੁਝ ਘੜਦਾ ਰਹਿੰਦਾ ਹੈ। ਨਿਰੰਤਰ ਉਹਨੇ ਕੰਮ ਕਰਨਾ ਹੀ ਕਰਨਾ ਹੈ। ਜੇ ਉਹ ਕੰਮ ਨਹੀਂ ਕਰਦਾ, ਉਹ ਆਦਮੀ ਮਾਨਸਿਕ ਤੌਰ ਤੇ ਬਿਮਾਰ ਹੈ। ਇਹ ਨਿਸ਼ਾਨੀ। ਜੇ ਉਹ ਜ਼ਿਆਦਾ ਕੰਮ ਕਰਦਾ ਤਾਂ ਵੀ ਉਹ ਬਿਮਾਰ ਹੈ, ਜੇ ਉਹ ਘੱਟ ਕੰਮ ਕਰਦਾ ਫਿਰ ਵੀ ਉਹ ਬਿਮਾਰ ਹੈ। ਚੇਤਾ ਚੱਲਣਾ ਹੀ ਚਾਹੀਦਾ। ਤਾਂ ਚਿਤਵਨ ਮਨੁੱਖ ਦੀ ਸੰਕਲਪ ਸ਼ਕਤੀ ਨਾਲ ਜੁੜਿਆ ਹੋਇਆ, ਖਿਆਲ ਰੱਖੋ, ਜਿਹੜੀ ਬਹੁਤ ਵੱਡੀ ਸ਼ਕਤੀ ਹੈ ਇਸ ਜੀਵਨ ਦੀ। ਜਿਨ੍ਹਾਂ ਦੀ ਸੰਕਲਪ ਸ਼ਕਤੀ, ਚੇਤਾ ਸ਼ਕਤੀ ਬੜੀ ਸਟਰੋਂਗ ਹੈ, ਉਹ ਮਨੁੱਖ ਜਿਵੇਂ ਦਾ ਸੰਕਲਪ ਕਰਦੇ ਨੇ, ਜਿਵੇਂ ਦਾ ਚਿਤਵਨ ਕਰਦੇ ਨੇ, ਉਹ ਅਲਾਰਮ ਦੀ ਤਰ੍ਹਾਂ ਉਹਨਾਂ ਦੇ ਜੀਵਨ ਵਿੱਚ ਵਰਤ ਜਾਂਦਾ। ਉਸੇ ਵੇਲੇ ਸਟਰੋਂਗ ਹੋ ਜਾਂਦਾ ਉਹਨਾਂ ਦਾ ਚਿੱਤ। ਜਿਵੇਂ ਕਿ ਗੁਰੂ ਸਾਹਿਬ ਕਹਿੰਦੇ ਨਾ, ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਇਹ ਕਿਸੇ ਮਨੁੱਖ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਸੀ, ਜਿਹਨੇ ਕਿਹਾ ਸੀ ਸਾਡੇ ਵਾਂਗੂ ਸਵੇਰੇ ਨਹੀਂ ਉੱਠਿਆ ਜਾਂਦਾ। ਜਿਵੇਂ ਆਪਾਂ ਕਹਿੰਦੇ ਆ ਸਵੇਰੇ ਜਾਗ ਨਹੀਂ ਆਉਂਦੀ, ਉੱਠਿਆ ਨਹੀਂ ਜਾਂਦਾ। ਸਤਿਗੁਰੂ ਨੇ ਦੱਸਿਆ ਤੈਨੂੰ ਅਲਾਰਮ ਲਾਉਣ ਦੀ ਲੋੜ ਨਹੀਂ। ਤੂੰ ਇੱਕ ਕੰਮ ਕਰੀ, ਜਦੋਂ ਰਾਤ ਨੂੰ ਸੌਣ ਲੱਗਣਾ ਨਾ, ਤੈਨੂੰ ਦਿਸੇ ਵੀ ਹੁਣ ਸੌਣ ਦੇ ਨੇੜੇ ਆ ਗਿਆ ਨੀਂਦ ਦੇ, ਚੰਗੀ ਤਰ੍ਹਾਂ ਮਨ ਨੂੰ ਇਕਾਗਰ ਕਰਕੇ ਇੱਕ ਸੰਕਲਪ ਅੰਦਰ ਪਾਈ ਆਪੇ, ਪੂਰਾ ਇਕਾਗਰ ਹੋ ਕੇ ਕਿ ਜਿੰਨੇ ਵਜੇ ਤੂੰ ਉੱਠਣਾ ਓਨੇ ਵਜੇ ਤੂੰ ਅੰਦਰ ਬੋਲ ਦੇ, ਪੂਰਾ ਸੰਕਲਪ ਕਰਕੇ ਮਨ ਦੇ ਵਿੱਚ ਕਿ ਮੈਂ ਇੰਨੇ ਵਜੇ ਜਾਗਣਾ ਹੈ। ਜੇ ਤੇ ਤੇਰੇ ਉਸ ਬੋਲਣ ਦੇ ਵਿੱਚ 100% ਤੇਰੀ ਸ਼ਕਤੀ ਲੱਗੀ ਹੋਈ ਤੇ ਜਿੰਨੇ ਵਜੇ ਤੂੰ ਬੋਲਿਆ ਤੈਨੂੰ ਇੱਕ ਵਾਰੀ ਜਾਗ ਆਏਗੀ, ਉਹਨੇ ਜਗਾ ਦੇਣਾ ਸੰਕਲਪ, ਉਸੇ ਟਾਈਮ ਖੜੇ ਕਰ ਦੇਣਾ। ਤੇ ਜੇ ਤੂੰ ਉਸ ਵੇਲੇ ਨਹੀਂ ਜਾਗਿਆ, ਇਹਦੇ ਅਰਥ ਸਾਫ਼ ਨੇ ਕਿ ਜਦੋਂ ਤੂੰ ਕਿਹਾ ਸੀ ਨਾ, ਆਪਾਂ ਕਹਿੰਦੇ ਆ ਸਾਨੂੰ ਪਤਾ ਹੈ ਵੀ ਸਵੇਰੇ ਇੰਨੇ ਵਜੇ ਜਾਗਣਾ, ਤੇ ਨਾਲ ਉਹ ਸਮੇਂ ਦੀ ਹਾਲਾਤ ਯਾਦ ਆ ਜਾਂਦੀ ਵੀ ਉਸ ਵੇਲੇ ਨੀਂਦ ਵਾਹ ਆਉਂਦੀ। ਚਲੋ ਦੇਖ ਲਾਂਗੇ ਜੇ ਜਾਗਿਆ ਗਿਆ, ਜੇ ਬਸ ਜੇ ਆਇਆ, ਨਹੀਂ ਤੇ ਸਭ ਕੁਝ ਗਿਆ, ਸਭ ਕੁਝ। ਤੁਸੀਂ ਵੇਖਿਆ ਹੋਣਾ ਇੱਕ ਗੱਡੀ ਦੇ ਉੱਤੇ ਕਈ ਟਨ ਵਜਨ ਲੱਦਿਆ ਹੁੰਦਾ ਤੇ ਉਸ ਵਜਨ ਨੂੰ ਲੈ ਕੇ ਟੁਰਦੇ ਨੇ। ਉਹਦੇ ਪਹੀਏ ਉਹਦੇ ਵਿੱਚ ਹੁੰਦੀ ਹੈ, ਟਾਇਰਾਂ ਦੇ ਵਿੱਚ ਟਿਊਬ ਪਾਈ, ਕਿੰਨਾ ਵਜਨ ਲੈ ਕੇ ਤੁਰਦੇ ਨੇ। ਤੇ ਜੇ ਇੱਕ ਸੂਈ ਮਾਤਰ ਉਸ ਟਾਇਰ ਦੇ ਵਿੱਚ ਚੁੱਭ ਜਾਏ ਨਾ, ਛੋਟਾ ਜਿਹਾ ਕਿੱਲ, ਤੇ ਉਹ ਸਾਰਾ ਕੁਝ ਉੱਥੇ ਖੜਾ ਹੋ ਜਾਂਦਾ। ਸਾਡੇ ਸੰਕਲਪ ਵਿੱਚ ਜਦੋਂ ਛੋਟਾ ਜਿਹਾ ਸ਼ੇਕ ਹੋ ਜਾਂਦਾ ਨਾ, ਜਦੋਂ ਅਸੀਂ ਕਹਿੰਦੇ ਆ ਜੇ, ਬਸ ਜੇ ਹੋਇਆ, ਨਹੀਂ ਤੇ ਜੀਵਨ ਪੈਂਚਰ ਹੋਇਆ ਉੱਥੇ। ਇਸ ਲਈ ਰੱਬ ਦੇ ਪਿਆਰਿਆਂ ਦਾ ਤਜਰਬਾ ਹੈ। ਇੱਥੇ ਵੀ ਮਹਾਂਪੁਰਸ਼ਾਂ ਨੇ ਦਾਸ ਨੂੰ ਕਿਹਾ ਸੀ ਵੀ ਜੇ ਨਹੀਂ ਕਹਿਣਾ ਪਰਤ ਕੇ ਜਿਹੜਾ ਕੰਮ ਕਰਨਾ, ਜੇ ਆਇਆ ਨਹੀਂ ਤੇ ਸਭ ਕੁਝ ਗਿਆ ਨਹੀਂ, ਬਸ ਕਰਨਾ ਹੀ ਕਰਨਾ ਜੋ ਕੁਝ ਹੈ, ਉਹਦੇ ਵਾਸਤੇ ਜੇ ਨਹੀਂ ਆਉਣਾ ਚਾਹੀਦਾ। ਜਦੋਂ ਜੇ ਨਾ ਆਇਆ ਤੇ ਰੱਬ ਨਾਲ ਖੜਾ, ਫਿਰ ਉਹ ਸਹਾਈ ਹੁੰਦਾ। ਅਰਦਾਸ ਸਿੱਖ ਜ਼ਰੂਰ ਕਰਦਾ, ਗੁਰੂ ਦਾ ਸਹਾਰਾ ਲੈਂਦਾ। ਇਸ ਕਰਕੇ ਸੰਪੂਰਨ ਸੰਕਲਪ ਸ਼ਕਤੀ ਜਿਹੜੀ ਹੈ, ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਵਿੱਚ ਜਗਾਈ ਕਿ ਤੁਸੀਂ 1.25 ਲੱਖ ਨਾਲ ਇਕੱਲੇ ਹੀ ਲੜ ਸਕਦੇ ਹੋ, ਉਹਨੂੰ ਖੜੇ ਕਰ ਦਿੱਤਾ, ਜਗਾ ਦਿੱਤਾ ਅੰਦਰ। ਤਾਂ ਇਸ ਤਰੀਕੇ ਨਾਲ ਕਹਿੰਦੇ ਆਪਣੀ ਚਿਤਵਨੀ ਨੂੰ ਚਿੱਤ ਚਿਤਵੋ, ਉਹਦੇ ਵਿੱਚ ਚਿਤਵਨ ਕਰੋ ਕਾਹਦਾ? ਇੱਕ ਨਾਰਾਇਣ ਵਾਹਿਗੁਰੂ ਦਾ। ਚਿੱਤ ਚਿਤਵੋ ਨਾਰਾਇਣ ਏਕ, ਜਿਹਦਾ ਰੂਪ ਇੱਕ ਹੈ ਔਰ ਉਹਦੇ ਰੰਗ ਕਈ ਪ੍ਰਕਾਰ ਦੇ ਜੀਵ ਪੈਦਾ ਕੀਤੇ ਗਏ ਹਨ। ਹਜ਼ੂਰ ਕਹਿੰਦੇ ਗੋਪਾਲ, ਦਾਮੋਦਰ, ਦੀਨ ਦਇਆਲ, ਇਹ ਉਹਦੇ ਗੁਣ ਹਨ। ਧਰਤੀ ਦੇ ਜੀਵਾਂ ਦੀ ਪਾਲਣਾ ਕਰਨ ਵਾਲਾ ਦਾਮੋਦਰ ਦੀਨਾਂ ਤੇ ਦਇਆ ਕਰਨ ਵਾਲਾ ਹੈ। ਦੁੱਖ ਭੰਜਨ ਪੂਰਨ ਕਿਰਪਾਲ, ਜਿਹੜੇ ਉਸ ਪੂਰੇ ਵਾਹਿਗੁਰੂ ਨਾਲ ਸਾਂਝ ਪਾਉਂਦੇ ਉਹਨਾਂ ਦੇ ਦੁੱਖ ਸਾਰੇ ਭੰਨ ਦਿੰਦਾ ਹੈ। ਉਹ ਪੂਰਨ ਕਿਰਪਾ ਕਰਨ ਵਾਲਾ, ਕਿਸੇ ਨਾਲ ਹਿਸਾਬ ਲੇਖਾ ਜੋਖਾ ਨਹੀਂ ਕਰਦਾ, ਪਾਪੀਆਂ ਨੂੰ ਬਹੁਤਾ ਦੰਡ ਨਹੀਂ ਦਿੰਦਾ, ਜੇ ਬਖਸ਼ਣ ਤੇ ਆਏ ਤੇ ਉਸੇ ਵੇਲੇ ਬਖਸ਼ ਦਿੰਦਾ, ਪੂਰਨ ਕਿਰਪਾਲ। ਹਜ਼ੂਰ ਕਹਿੰਦੇ ਸਿਮਰ ਸਿਮਰ ਨਾਮ ਬਾਰੰਬਾਰ, ਐਸੇ ਵਾਹਿਗੁਰੂ ਦਾ ਨਾਮ ਵਾਰ-ਵਾਰ ਆਪਣੇ ਮਨ ਵਿੱਚ ਯਾਦ ਕਰ। ਨਾਨਕ ਜੀ ਕਾ ਇਹ ਹੈ ਆਧਾਰ, ਇਹ ਤੇਰੇ ਜੀਵਨ ਦਾ ਆਧਾਰ ਦੇ ਅਰਥ ਪੈਰ ਹਨ, ਆਸਰਾ ਹਨ। ਉੱਤਮ ਸ਼ਲੋਕ ਸਾਧ ਕੇ ਬਚਨ, ਅਮੂਲਿਕ ਲਾਲ ਇਹ ਰਤਨ,
ਹੁਣ ਇਸ ਤੋਂ ਅੱਗੇ ਨਾ ਥੋੜਾ ਥੋੜਾ ਇਸ਼ਾਰਾ ਸੁਖਮਣੀ ਸਾਹਿਬ ਦੀ ਬਾਣੀ ਵੱਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਰ ਰਹੇ ਨੇ। ਕਹਿੰਦੇ ਆ ਜਿਹੜੀ ਬਾਣੀ ਹੈ ਸਾਧ ਕੇ ਬਚਨ ਨੇ, ਅਮੋਲਿਕ ਲਾਲ ਉੱਤਮ ਸ਼ਲੋਕ ਸਾਧ ਕੇ ਬਚਨ। ਸਾਧ ਕਿਹਨੂੰ ਕਹਿ ਰਹੇ ਨੇ? ਸਤਿਗੁਰੂ ਆਪਣਾ ਨਾਂ ਨਹੀਂ ਵਿੱਚ ਲੈਂਦੇ, ਬਾਣੀ ਤੇ ਆਪ ਉਚਾਰੀ ਨਾ, ਇਹਨੂੰ ਸਾਧ ਕੇ ਬਚਨ ਕਹਿ ਰਹੇ ਨੇ। ਸਾਧੂਆਂ ਦੇ ਬਚਨ, ਗੁਰਮੁਖਾਂ ਦੇ ਬਚਨ, ਭਾਵ ਗੁਰਮੁਖਾਂ ਦੇ, ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ, ਇਹ ਨਹੀਂ ਕਿ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੇ ਗਰੀਬ ਕਰੋੜ ਪਰੇ, ਕੀਤਾ ਆਪ ਵਡਿਆਈ ਸਿੱਖਾਂ ਨੂੰ ਦੇ ਦਿੱਤੀ। ਸਾਧ ਕਹਿ ਦਿੱਤਾ, ਪਤਾ ਨਹੀਂ ਕੌਣ ਸਾਧ ਸੀ, ਕਹਿੰਦੇ ਉਹਨੇ ਉਚਾਰੀ, ਮੈਨੂੰ ਯਾਦ ਨਹੀਂ ਕਿ ਮੈਂ ਵੀ ਉਚਾਰੀ। ਏਡਾ ਵੱਡਾ ਕੰਮ ਕਰਕੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਦੇ ਵਿੱਚ ਆਪਣਾ ਨਾਂ ਨਹੀਂ ਲੈਂਦੇ, ਨਹੀਂ ਲਿਖਦੇ। ਉਹ ਵੀ ਕਹਿ ਦਿੰਦੇ ਨੇ ਹੋਰ ਕਿਸੇ ਨੇ ਕੀਤਾ। ਔਰ ਸਾਧ ਦੇ ਅਰਥ ਗੁਰੂ ਵੀ ਹਨ, ਗੁਰੂ ਸਾਧੂ ਵੀ ਉਹਦੇ ਕੋਲ ਸਾਰੇ ਰੈਂਕ ਨੇ। ਗੁਰੂ ਵੀ ਹੈ, ਉਹ ਸਾਧੂ ਵੀ ਹੋ ਸਕਦਾ, ਉਹ ਸਿੱਖ ਵਾਲੀ ਜਿਹੜਾ ਪਾਠ ਉਹਦੇ ਵਿੱਚ ਵੀ ਹਿੱਸਾ ਲੈ ਸਕਦਾ। ਇਸ ਤਰ੍ਹਾਂ ਕਹਿੰਦੇ ਉੱਤਮ ਸ਼ਲੋਕ, ਇਹ ਜਿਹੜੇ ਸ਼ਲੋਕ ਨੇ ਸਾਰੇ, ਸ਼ਲੋਕ ਦਾ ਅਰਥ ਹੈ ਉਸ ਲੋਕ ਨਾਲ ਸੰਬੰਧ ਜੋੜਨ ਵਾਲੇ ਸ਼ਬਦ। ਸੱਸੇ ਦਾ ਅਰਥ ਸ਼ਬਦ, ਲੋਕ ਦਾ ਅਰਥ ਹੈ ਦੁਨੀਆ। ਉੱਚੇ ਲੋਕ ਨਾਲ ਸੰਪਰਕ ਕਰਨ ਵਾਲੇ ਜਿਹੜੇ ਸ਼ਬਦ ਨੇ, ਉੱਤਮ ਸ਼ਲੋਕ ਸਾਧ ਕੇ ਬਚਨ ਅਮੋਲੀਕ, ਇਹਨਾਂ ਦਾ ਕੋਈ ਮੁੱਲ ਨਹੀਂ ਹੈ, ਅਮੁੱਲ ਹਨ। ਲਾਲ ਇਹ ਰਤਨ, ਇਹ ਬੜੇ ਹੀ ਕੀਮਤੀ ਰਤਨ ਹਨ, ਗੁਰਬਾਣੀ ਰੂਪ। ਹਜ਼ੂਰ ਕਹਿੰਦੇ ਸੁਣਤ ਕਮਾਵਤ ਹੋਤ ਉਧਾਰ, ਜਿਹੜੇ ਇਸ ਬਾਣੀ ਨੂੰ ਸੁਣਨਗੇ ਔਰ ਫਿਰ ਕਮਾਉਣਗੇ ਵੀ, ਭਾਵ ਜੀਵਨ ਵਿੱਚ ਧਾਰਨ ਕਰਨਗੇ, ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਆਪ ਤਰੈ ਲੋਕਹਿ ਨਿਸਤਾਰ, ਉਹ ਆਪ ਇਸ ਭਵਜਲ ਤੋਂ ਤਰ ਜਾਂਦੇ ਹਨ ਔਰ ਦੂਜੇ ਲੋਕਾਂ ਦਾ ਉਧਾਰ ਕਰਨ ਦੀ ਸਮਰੱਥਾ ਅਕਾਲ ਪੁਰਖ ਉਹਨਾਂ ਵਿੱਚ ਭਰ ਦਿੰਦਾ ਹੈ। ਸਫਲ ਜੀਵਨ ਸਫਲਤਾ ਕਾ ਸੰਗ, ਐਸੇ ਗੁਰਮੁਖਾਂ ਦਾ ਜਿਹੜਾ ਜੀਵਨ ਹੈ ਉਹ ਸਫਲ ਹੋ ਗਿਆ, ਉਹਨਾਂ ਦੀ ਸੰਗਤ ਕੀਤਿਆਂ ਵੀ ਜੀਵਨ ਸਫਲ ਹੋ ਜਾਂਦਾ ਹੈ। ਕੌਣ ਹਨ ਐਸੇ ਲੋਕ? ਕਹਿੰਦੇ ਜਾਂ ਕਹਿ ਮਨ ਲਾਗਾ ਹਰ ਰੰਗ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦੇ ਨਾਮ ਦਾ ਪਿਆਰ ਲੱਗਾ ਹੋਇਆ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ। ਐਸੇ ਜੋ ਗੁਰਮੁਖ ਪਿਆਰੇ ਹਨ, ਉਹਨਾਂ ਦੇ ਮਨ ਵਿੱਚ ਦਿਨ ਰਾਤ ਨਿਰੰਤਰ ਜੈ ਜੈਕਾਰ ਅਨਾਹਦ ਰੂਪ ਸ਼ਬਦ ਵੱਜਦਾ ਰਹਿੰਦਾ, ਭਾਵ ਉਹਦਾ ਨਿਰੰਤਰ ਕੀਰਤਨ ਚੱਲਦਾ ਰਹਿੰਦਾ। ਸੁਣ ਸੁਣ ਕੇ ਵਾਹਿਗੁਰੂ ਦੇ ਪਿਆਰੇ ਆਨੰਦ ਵਿੱਚ ਟਿਕੇ ਰਹਿੰਦੇ ਨੇ ਔਰ ਉਹਨਾਂ ਦੇ ਜੀਵਨ ਵਿੱਚ ਪ੍ਰਭ ਗਾਜੈ, ਪ੍ਰਭੂ ਬੋਲਦਾ ਹੈ, ਪ੍ਰਭੂ ਗੱਜਦਾ ਹੈ। ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਗੋਪਾਲ ਵਾਹਿਗੁਰੂ ਮਹਾਂਤ ਦੇ ਅਰਥ ਨੇ ਵੱਡੇ ਪੁਰਸ਼, ਮਹਾਂਪੁਰਸ਼, ਰੱਬ ਦੇ ਪਿਆਰੇ ਮਹਾਂਤ। ਉਹ ਕਹਿੰਦੇ ਉਹਨਾਂ ਦੇ ਮੱਥੇ ਤੇ ਅਕਾਲ ਪੁਰਖ ਪ੍ਰਗਟ ਹੋ ਗਿਆ। ਕਹਿੰਦੇ ਨਾਨਕ ਉਧਰੇ ਤਿਨ ਕੈ ਸਾਥੇ, ਉਹਨਾਂ ਦੇ ਨਾਲ ਰਹਿਣ ਨਾਲ, ਉਹਨਾਂ ਦੀ ਸੰਗਤ ਕੀਤਿਆਂ ਮਨੁੱਖ ਦੇ ਜੀਵਨ ਦਾ ਉਧਾਰ ਹੋ ਜਾਂਦਾ ਹੈ। ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਸਰਨ ਜੋਗ, ਜਿਹਦੀ ਸਰਨ ਪੈਣ ਨਾਲ ਮਨੁੱਖ ਦਾ ਉਧਾਰ ਹੁੰਦਾ ਹੈ। ਸਰਨ ਯੋਗ ਯਾਨੀ ਕਿ ਸਮਰੱਥ। ਕਹਿੰਦੇ ਇਹ ਸੁਣ ਕੇ ਕਿ ਵਾਹਿਗੁਰੂ ਸਰਨ ਯੋਗ ਹੈ, ਯਾਨੀ ਕਿ ਜਿਹੜਾ ਉਹਦੀ ਸਰਨ ਵਿੱਚ ਆਉਂਦਾ ਉਹਨੂੰ ਕੰਠ ਨਾਲ ਲਾਉਂਦਾ, ਉਹਦੀ ਰੱਖਿਆ ਕਰਦਾ ਹੈ। ਸਰਨੀ ਆਏ, ਅਸੀਂ ਅਕਾਲ ਪੁਰਖ ਦੀ ਸ਼ਰਨ ਵਿੱਚ ਆਏ ਹਾਂ। ਕਿਰਪਾ ਕਰਕੇ ਉਸ ਵਾਹਿਗੁਰੂ ਨੇ ਆਪ ਹੀ ਆਪਣੇ ਚਰਨਾਂ ਨਾਲ ਸਾਂਝ ਪਵਾ ਦਿੱਤੀ। ਔਰ ਇਸ ਪਈ ਹੋਈ ਸਾਂਝ ਦਾ ਕੀ ਨਿਸ਼ਾਨੀ ਕੀ ਹੈ? ਹਜ਼ੂਰ ਕਹਿੰਦੇ ਮਿਟ ਗਏ ਬੈਰ ਭਏ ਸਾਬਰੇਨ, ਅੰਦਰ ਜਿਹੜੇ ਵੈਰ ਵਿਰੋਧ ਸਨ, ਈਰਖਾ ਆਦਿਕ ਸੀ, ਉਹ ਮਿਟ ਗਏ। ਸਾਰਿਆਂ ਦੀ ਰੇਨ ਭਾਵ ਨਿਮਰਤਾ ਧਾਰਨ ਕਰ ਲਈ। ਅੰਮ੍ਰਿਤ ਨਾਮ ਸਾਧ ਸੰਗ ਲੈਣ, ਸਾਧ ਸੰਗਤ ਦੇ ਵਿੱਚ ਵਿਚਰਦਿਆਂ ਹੋਇਆਂ, ਗੁਰੂ ਦੀ ਸੰਗਤ ਕਰਦਿਆਂ ਅੰਮ੍ਰਿਤ ਰੂਪੀ ਨਾਮ ਨੂੰ ਹਿਰਦੇ ਵਿੱਚ ਲੈਣ ਦਾ ਅਰਥ ਧਾਰਨ ਕਰ ਲਿਆ। ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਪੂਰੇ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋ ਪ੍ਰਸੰਨ ਖੁਸ਼ ਹੋ ਗਏ
और सेवा संपूर्ण हो गई, सेवा परवान हो गई। आल जंजाल विकार ते रहते, राम नाम सुन रसना कहते। आल ਦਾ ਅਰਥ ਹੈ ਘਰ, ਆਲਿਆ ਤੋਂ ਆਲ ਸ਼ਬਦ ਬਣਿਆ। ਜੰਜਾਲ ਦਾ ਅਰਥ ਹੈ ਘਰ ਦੇ ਕੰਮ ਉਲਝਣਾ। ਉਹਨਾਂ ਤੋਂ ਰਹਿਤ ਭਾਵ ਉੱਚੇ ਉੱਠ ਗਏ ਔਰ ਸਦਾ ਹੀ ਉਹਨਾਂ ਦੀ ਰਸਨਾ ਤੇ ਵਾਹਿਗੁਰੂ ਦਾ ਨਾਮ ਟਿਕਿਆ ਰਹਿੰਦਾ ਹੈ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭਹੀ ਖੇਪ ਹਮਾਰੀ। ਜਿਨ੍ਹਾਂ ਨੇ ਪੂਰੇ ਵਾਹਿਗੁਰੂ ਨੂੰ ਅਰਾਧਿਆ ਹੈ, ਉਹਦਾ ਸਿਮਰਨ ਕੀਤਾ, ਉਹਨਾਂ ਤੇ ਗੁਰੂ ਦੀ ਕਿਰਪਾ ਦੁਆਰਾ, ਰਹਿਮਤ ਦੁਆਰਾ ਪ੍ਰਭੂ ਨੇ ਦਇਆ ਧਾਰੀ ਕਿਰਪਾ ਕੀਤੀ। ਉਹਨਾਂ ਦੀ ਨਾਮ ਰੂਪੀ ਜਿਹੜੀ ਪੂੰਜੀ ਹੈ ਨਿਭ ਗਈ, ਭਾਵ ਸੰਪੂਰਨ ਹੋ ਗਈ। ਉਹਨਾਂ ਦਾ ਜਿਹੜਾ ਸਾਰੀ ਸਾਧਨਾ ਸੀ, ਸਿੱਖੀ ਦੀ ਮੁਸ਼ੱਕਤ, ਗੁਰੂ ਦੇ ਘਰ ਵਿੱਚ ਪ੍ਰਵਾਨ ਚੜ੍ਹੀ। ਇਹ ਸਤਿਗੁਰੂ ਬਖਸ਼ਾ ਕਰ ਰਹੇ ਨੇ। ਆਓ 1-2 ਮਿੰਟ ਵਾਸਤੇ ਸ਼ਬਦ ਨਾਲ ਸਾਂਝ ਪਾਈ, ਸਾਰਿਆਂ ਨੂੰ ਪਿਆਰ ਸਹਿਤ ਇਕਾਗਰ ਚਿਤ ਹੋ ਕੇ ਬੋਲਣ ਦਾ ਯਤਨ ਕਰਨਾ। ਵਾਹਿਗੁਰੂ 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 ਵਾਹਿਗੁਰੂ, 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 ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜੀਵਨ ਕੋਰਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਾਡੇ ਨੰਬਰ 9815 78122 ਤੇ ਆਪ ਜੀ ਸੰਪਰਕ ਕਰਕੇ ਕੋਰਸ ਪ੍ਰਤੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕੋਰਸ ਕਰਨ ਦੇ ਜੋ ਤਰੀਕੇ ਹਨ, ਆਪ ਜੀ ਡਾਕ ਰਾਹੀਂ ਕਿਤਾਬਾਂ ਮੰਗਵਾ ਕੇ ਆਪਣੇ ਘਰ ਬੈਠੇ ਇਹ ਕੋਰਸ ਕਰ ਸਕਦੇ ਹੋ, ਜਾਂ ਫਿਰ
ਵਿਦੇਸ਼ਾਂ ਵਿੱਚ ਜੋ ਸੰਗਤਾਂ ਹਨ ਜਾਂ ਜੋ ਪੰਜਾਬ ਤੋਂ ਦੂਰ ਹਨ, ਉਹਨਾਂ ਲਈ ਗਿਆਨੀ ਜੀ ਵੱਲੋਂ ਆਪਣੇ ਨਾਮ ਤੇ ਜੋ ਵੈਬਸਾਈਟ ਹੈ www.gyanikulwantsingh.com, ਇਸ ਵੈਬਸਾਈਟ ਉੱਪਰ ਤੁਸੀਂ ਆਨਲਾਈਨ ਵੀ ਕੋਰਸ ਕਰ ਸਕਦੇ ਹੋ। ਗੁਰਮੁਖ ਜੀਵਨ ਕੋਰਸ ਦੀ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਾਉਣੀ ਹੈ ਜਾਂ ਕਿਤਾਬਾਂ ਮੰਗਵਾਉਣ ਲਈ 9815 78122 ਉੱਪਰ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।